ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰ ਵਿੱਚ ਆਪ ਰਖਿਓ, ਕਰ ਪ੍ਰਗਟ ਆਖ ਸੁਣਾਇਆ। ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰ ਵਿੱਚ ਆਪ ਰਖਿਓ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪੌੜੀ, ਜੋ ਬਾਣੀ ਆਸਾ ਕੀ ਵਾਰ ਹੈ, ਉਸ ਵਿੱਚ ਇਹ ਗਿਣਤੀ ਦੇ ਮੁਤਾਬਕ 6 ਨੰਬਰ ਪੌੜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 466 ਦੇ ਉੱਪਰ ਇਹ ਪੌੜੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈਮਾਨ ਹੈ। ਜਿਹੜੇ ਤੁਹਾਡੇ ਵਿੱਚੋਂ ਗੁਰਮੁਖ ਪਿਆਰੇ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਵਾਲੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਕੀਤੇ ਨੇ। ਇੱਕ ਦਰਸ਼ਨ ਹੁੰਦੇ ਨੇ ਬਾਹਰੋਂ ਆਉਣਾ, ਨਮਸਕਾਰ ਕਰਨੀਆਂ, ਪ੍ਰਕਰਮਾ ਕਰਕੇ ਘਰ ਨੂੰ ਚਲੇ ਜਾਣਾ। ਇੱਕ ਹੁੰਦਾ ਹੈ ਰੁਮਾਲਾ ਚੱਕ ਕੇ ਪਾਠ ਦਰਸ਼ਨ ਕਰਨੇ, ਵੀ ਪਾਠ ਕੀਤਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਉਹਨਾਂ ਨੂੰ ਪਤਾ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਜਿਹੜੀਆਂ ਵਾਰਾਂ ਨੇ ਉਹ 22 ਨੇ। ਉਹਨਾਂ 22 ਵਾਰਾਂ ਵਿੱਚੋਂ 2 ਵਾਰਾਂ ਐਸੀਆਂ ਨੇ ਜਿਹੜੀਆਂ ਵਾਰਾਂ ਸਲੋਕਾਂ ਤੋਂ ਬਿਨਾਂ ਨੇ। ਇੱਕ ਹੈ ਬਸੰਤ ਕੀ ਵਾਰ, ਜਿਹਦੀਆਂ ਸਿਰਫ 3 ਪੌੜੀਆਂ ਨੇ। ਇੱਕ ਹੈ ਭਾਈ ਸੱਤਾ ਬਲਵੰਡ ਜੀ ਕੀ ਵਾਰ ਰਾਮਕਲੀ ਰਾਗ ਅੰਦਰ, ਜਿਸ ਦੀਆਂ 8 ਪੌੜੀਆਂ ਨੇ। ਇਹਨਾਂ ਵਿੱਚ ਕੋਈ ਸਲੋਕ ਨਹੀਂ, ਸਿਰਫ ਪੌੜੀਆਂ ਨੇ। ਬਾਕੀ ਜੋ 20 ਵਾਰਾਂ ਨੇ, ਉਹਨਾਂ ਵਾਰਾਂ ਦੇ ਵਿੱਚ ਪੌੜੀਆਂ ਨਾਲ ਸਲੋਕ ਹੈ। ਜਿਸ ਗੁਰੂ ਪਾਤਸ਼ਾਹ ਜੀ ਦੀ ਵਾਰ ਹੋਏਗੀ, ਪੌੜੀਆਂ ਸਾਰੀਆਂ ਉਸ ਗੁਰੂ ਵਿਅਕਤੀ ਦੀਆਂ ਉਚਾਰਨ ਕੀਤੀਆਂ ਹੋਣਗੀਆਂ। ਸਲੋਕ ਕਈ ਵਾਰੀ ਦੂਜੇ ਗੁਰੂ ਪਾਤਸ਼ਾਹ ਵੱਲੋਂ ਵੀ ਉਚਾਰਨ ਕੀਤੇ ਵਿੱਚ ਅੰਕਿਤ ਕੀਤੇ ਹੁੰਦੇ ਨੇ। ਇੱਦਾਂ ਜਿਹੜੀ ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ, ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਨੇ। ਪਰ ਵਿੱਚ ਸਲੋਕ ਗੁਰੂ ਅੰਗਦ ਸਾਹਿਬ ਜੀ ਦੇ ਵੀ ਹੈਗੇ ਨੇ। ਇਹ ਜੋ ਆਸਾ ਕੀ ਵਾਰ ਦੀ ਤਰਤੀਬ ਹੈ, ਜਦੋਂ ਅਸੀਂ ਧਿਆਨ ਨਾਲ ਵੇਖਦੇ ਹਾਂ, ਜਿੰਨੀਆਂ ਵੀ ਵਾਰਾਂ ਦਾ ਸਰਲੇਖ ਬੱਝਾ ਹੈ, ਇਹ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੰਨੇ। ਜਿੰਨੇ ਵੀ ਆਪਾਂ ਭਗਤ ਸਾਹਿਬਾਨਾਂ ਦੀ ਬਾਣੀ ਵੇਖਦੇ ਹਾਂ, ਜਿਨ੍ਹਾਂ ਦੇ ਉੱਪਰ ਵੀ ਮੰਗਲਾ ਚਰਨ ਮੂਲ ਮੰਤਰ ਆਉਂਦਾ ਹੈ, ਇਹ ਮੁੱਢਲੀ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਥਾਏ, ਜਿਹੜੀ ਹਰ ਸਿੱਖ ਨੂੰ ਪਤਾ ਹੋਣੀ ਚਾਹੀਦੀ ਹੈ। ਇਹ ਜਿਹੜੇ ਆਪਾਂ ਬਾਣੀ ਦੀ ਤਰਤੀਬ ਵੇਖਦੇ ਹਾਂ, ਲੜੀਵਾਰ ਬਾਣੀ, ਕਿਹੜੇ ਗੁਰੂ ਪਾਤਸ਼ਾਹ ਦਾ ਕਿਹੜਾ ਸਲੋਕ ਕਿਹੜੇ ਭਗਤ ਸਾਹਿਬਾਨ ਦੇ ਨਾਲ ਮਿਲਦਾ ਹੈ ਤੇ ਉੱਥੇ ਫਿੱਟ ਕੀਤਾ ਹੈ, ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ। ਇੱਕ ਚੀਜ਼ ਤੁਸੀਂ ਹੋਰ ਨੋਟ ਕੀਤੀ ਹੋਏਗੀ, ਜਿੱਦਾਂ ਸ਼ਬਦ ਵਿੱਚ ਰਹਾਉ ਦਾ ਬੰਦ ਹੁੰਦਾ ਹੈ, ਇੱਦਾਂ ਹੀ
ਜਿਹੜੀਆਂ ਵਾਰਾਂ ਨੇ ਉਹਨਾਂ ਵਾਰਾਂ ਦੇ ਜਿਹੜੇ ਸ਼ਲੋਕ ਨੇ, ਸ਼ਲੋਕਾਂ ਦਾ ਕੇਂਦਰੀ ਭਾਵ ਪੌੜੀ 'ਚ ਹੁੰਦਾ ਹੈ। ਤਾਂ ਇਹ ਤੁਸੀਂ ਨੋਟ ਕੀਤਾ ਹੋਏਗਾ ਜਦੋਂ ਆਸ਼ਾ ਕੀ ਵਾਰ ਦਾ ਗਾਇਨ ਹੁੰਦਾ ਹੈ, ਪੌੜੀ ਦਾ ਕੀਰਤਨ, ਪੌੜੀ ਨੂੰ 2 ਵਾਰ ਪੜ੍ਹਿਆ ਜਾਂਦਾ। ਇੱਕ ਵਾਰ ਕੀਰਤਨ ਦੇ ਨਾਲ ਜਦੋਂ ਗਾ ਕੇ ਪੜ੍ਹਦੇ, ਇੱਕ ਵਾਰ ਇਕੱਲਾ ਤਬਲੇ ਵਾਲਾ ਫਿਰ ਪੌੜੀ ਪੜ੍ਹਦਾ, ਕਿਉਂਕਿ ਪੌੜੀ ਸ਼ਲੋਕਾਂ ਦਾ ਅੰਤਰੀ ਭਾਵ ਹੈ। ਗੁਰੂ ਸਾਹਿਬ ਨੇ ਬੜੀ ਸੂਝ ਬੂਝਤਾ ਦੇ ਨਾਲ ਇਹ ਬਾਣੀ ਨੂੰ ਸੋਹਣੇ ਤਰੀਕੇ ਨਾਲ ਅੰਕਿਤ ਕੀਤਾ ਹੈ। ਜਦੋਂ ਵੀ ਆਪਾਂ ਬਾਣੀ ਦੀ ਵਿਚਾਰ ਕਰਨੀ ਹੈ, ਖਾਸ ਕਰਕੇ ਵਾਰਾਂ ਦੀ, ਪਹਿਲਾਂ ਪੌੜੀ ਵਿਚਾਰਨੀ ਹੈ, ਫਿਰ ਸ਼ਲੋਕ ਵਿਚਾਰਨੇ ਨੇ। ਜਿੱਦਾਂ ਆਪਾਂ ਸ਼ਬਦ ਵਿੱਚ ਪਹਿਲਾਂ ਰਹਾਉ ਦਾ ਬੰਦ ਵਿਚਾਰਦੇ ਹਾਂ, ਫਿਰ ਬਾਕੀ ਬੰਦ ਵਿਚਾਰਦੇ ਹਾਂ। ਜਿਵੇਂ ਤੁਸੀਂ ਆਸਾ ਕੀ ਵਾਰ ਦੀ ਵਿਚਾਰ ਸ਼ਰਵਣ ਕਰੋਗੇ, ਉਹਦੇ ਵਿੱਚ ਪਹਿਲਾਂ ਪੌੜੀ ਦੀ ਵਿਚਾਰ ਹੋਈ ਹੈ, ਉਸ ਤੋਂ ਬਾਅਦ ਸ਼ਲੋਕ ਵਿਚਾਰੇ ਗਏ ਨੇ, ਤਾਂ ਕਿ ਜੇ ਪੌੜੀ ਸਮਝ ਆ ਗਈ ਤੇ ਸ਼ਲੋਕ ਸਮਝਣੇ ਸੌਖੇ ਹੋ ਜਾਣਗੇ। ਤੇ ਇੱਕ ਚੀਜ਼ ਹੋਰ ਨੋਟ ਕੀਤੀ ਹੋਏਗੀ ਵੀ ਜਿਹੜੀ ਪੌੜੀ ਹੁੰਦੀ, ਪੌੜੀ ਦੀ ਅਖੀਰਲੀ ਤੁਕ ਵਿੱਚ ਕੇਂਦਰੀ ਭਾਵ ਹੁੰਦਾ। ਜਿਵੇਂ ਭਾਈ ਗੁਰਦਾਸ ਜੀ ਦੀ ਆਪਾਂ ਵਾਰ ਪੌੜੀ ਪੜ੍ਹਦੇ ਹਾਂ, ਦੀਵਾਲੀ ਕੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਲ। ਇਹ ਗੁਰਮਤਿ ਥੋੜ੍ਹਾ ਹੈ, ਇਹ ਤਾਂ ਦੁਨਿਆਵੀ ਐਗਜ਼ੈਂਪਲ ਹੈ ਵੀ ਪਹਿਲਾਂ ਵੀ ਲੋਕ ਦੀਵਾਲੀ ਵਾਲੀ ਰਾਤ ਚਾਨਣ ਕਰਦੇ ਸੀ। ਜਿਹੜੀ ਉਹਦੇ ਵਿੱਚ ਮੇਨ ਅੰਤਰੀ ਭਾਵ ਹੈ ਉਸ ਪੌੜੀ ਦਾ, ਉਹਦਾ ਅਖੀਰਲੀ ਤੁਕ ਵਿੱਚ ਹੈ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਹ ਉਹਦੀ ਅਖੀਰਲੀ ਪੰਕਤੀ ਹੈ ਪੌੜੀ ਦੀ, ਵੀ ਗੁਰੂ ਦੇ ਸਿੱਖ ਨੇ ਉਹ ਦੀਵਾ ਬਾਲਣਾ ਹੈ ਜਿਹੜਾ ਦੀਵਾ ਹਮੇਸ਼ਾ ਹੀ ਜਗਦਾ ਰਹੇ, ਤੇ ਜਿਹੜੇ ਦੀਵੇ ਦਾ ਕਦੀ ਤੇਲ ਮੁੱਕੇ ਨਾ, ਤੇ ਸਦਾ ਸੁੱਖ ਮਿਲੇ। ਹੁਣ ਕਈ ਵਾਰੀ ਆਪਾਂ ਦੀਵਾਲੀ ਵਾਲੀ ਰਾਤ ਦੀਵਾ ਬਾਲਦੇ ਹਾਂ ਤੇ ਉਹ ਕਿਤੇ ਅੱਗ ਲੱਗ ਜਾਏ ਤੇ ਉਹ ਸੁੱਖ ਦੁੱਖ 'ਚ ਬਦਲਿਆ ਕਿ ਨਹੀਂ ਬਦਲਿਆ? ਘਰਾਂ ਨੂੰ ਅੱਗ ਲੱਗ ਜਾਂਦੀ ਹੈ, ਮਾਰਕੀਟਾਂ ਸੜ ਜਾਂਦੀਆਂ ਨੇ। ਦੀਵਾ ਬਾਲੀ ਦਾ ਰੋਸ਼ਨੀ ਲਈ, ਚਾਨਣ ਲਈ, ਤੇ ਉਹ ਨੁਕਸਾਨ ਕਰ ਜਾਂਦਾ। ਪਰ ਜਿਹੜਾ ਦੀਵਾ ਸਾਨੂੰ ਗੁਰਮਤ ਜਗਾਉਣ ਲਈ ਕਹਿੰਦੀ ਹੈ, ਇਹਦਾ ਫਾਇਦਾ ਹੀ ਫਾਇਦਾ, ਨੁਕਸਾਨ ਕਦੀ ਹੈ ਹੀ ਨਹੀਂ। ਪਰ ਸਾਡੇ ਕਈ ਵਾਰੀ ਗੁਰਦੁਆਰਿਆਂ 'ਚ ਸਾਡੇ ਗਾਉਣ ਵਾਲੇ ਵੀ ਸੰਗਤ ਨੂੰ ਗੁੰਮਰਾਹ ਕਰਦੇ। ਜਦੋਂ ਦੀਵਾਲੀ ਦੀ ਰਾਤ ਹੁੰਦੀ ਉਸ ਦਿਨ ਫਿਰ ਉਹ ਬਕਾਇਦਾ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਦੀਵੇ, ਇਹਨੂੰ ਸਥਾਈ ਬਣਾ ਕੇ ਜਦੋਂ ਗਾਉਂਦੇ ਆ, ਫਿਰ ਹਰ ਇੱਕ ਦਾ ਜੀ ਕਰਦਾ ਥਾਲੀ 'ਚ 5-5 ਦੀਵੇ ਰੱਖ ਕੇ ਤੇ ਲਿਆ ਕੇ ਗੁਰਦੁਆਰਿਆਂ ਦੇ ਸੋਹਣੇ ਸੋਹਣੇ ਮਾਰਬਲ ਲੱਗੇ ਆ ਜਿਹੜੀਆਂ ਟਾਈਲਾਂ, ਉਹ 'ਤੇ ਪਹਿਲਾਂ ਜਗਾਉਂਦੇ ਆ, ਫਿਰ ਖੁਰਚਣਾ ਲੈ ਕੇ ਉਹਨੂੰ ਬਾਅਦ 'ਚ ਲਾਉਂਦੇ ਆ। ਤੇ ਜੇ ਤੁਸੀਂ ਕਿਸੇ ਨੂੰ ਰੋਕੋ ਤੇ ਕੀ ਆਂਦਾ ਜੀ? ਮੇਰੀ ਬੋਲੋ ਅੱਗੇ ਕੀ ਸ਼ਰਧਾ ਕੀ ਹੈ ਜੀ? ਮੇਰੀ ਸ਼ਰਧਾ। ਆਪਣੇ ਘਰ ਦੇ ਸੋਹਣੇ ਮਾਰਬਲ ਤੇ ਨਹੀਂ ਲਾਉਂਦੇ, ਉੱਥੇ ਪਤਾ ਵੀ ਉੱਥੇ ਸ਼ਰਧਾ ਖਰਾਬ ਹੋ ਜਾਣੀ, ਵੀ ਪੱਥਰ ਘਰ ਦਾ ਹੈ, ਖਰਾਬ ਹੋਣਾ ਹੈ। ਇਹ ਸਾਰੀ ਸ਼ਰਧਾ ਗੁਰਦੁਆਰਿਆਂ ਦੇ ਆ ਟਾਈਲਾਂ ਪੱਥਰਾਂ ਦੇ ਉੱਤੇ ਆਣ ਕੇ ਡਿੱਗ ਪੈਂਦੀ ਹੈ। ਤੁਸੀਂ ਆਪਣੇ ਘਰ ਵੀ ਲਾਓ ਹਾਂ, ਕਿਤੇ ਘਰ 'ਤੇ ਸੋਹਣਾ ਪੱਥਰ ਲੱਗਾ, ਉੱਥੇ ਪਾਪਾ ਜੀ ਰੌਲਾ ਪਾਉਣ ਲੱਗ ਪੈਂਦੇ ਆ, ਪਿੱਛੋਂ ਬੀਬੀ ਜੀ ਕਹਿੰਦੀ ਵੀ ਨਾ 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 ਕਿੱਡਾ ਸੋਹਣਾ ਪੱਥਰ ਹੈ, ਕਦੀ ਵੀ ਨਹੀਂ। ਨਾਲੇ ਉਹ ਦੀਵਾ ਬਾળੋ ਜਿਹੜਾ ਦੀਵਾ ਸਦਾ ਜਗਦਾ ਰਹਿਣਾ। ਤੋ ਭਾਈ ਗੁਰਦਾਸ ਜੀ ਦੀ ਪਹਿਲੀ ਪੰਕਤੀ ਦੀ ਲੈ ਕੇ ਬਣਾ ਕੇ ਟੇਕ ਤੇ ਗਾਇਆ ਜਾਂਦਾ। ਹੁਣ ਆਹ ਜਿਹੜੀ ਆਪਾਂ ਪੌੜੀ, ਇਹ ਮੇਰੇ ਦੱਸਣ ਦਾ ਸਿਰਫ ਮੰਤਵ ਇੰਨਾ ਕੁ ਸੀ ਕਿ ਸਾਨੂੰ ਬਾਣੀ ਦੀ ਬਣਤਰ ਦਾ ਪਤਾ ਲੱਗ ਜਾਏ ਵੀ ਜਦੋਂ ਅਸੀਂ ਬਾਣੀ ਵਿਚਾਰਨੀ ਹੈ ਤੇ ਕਿੱਦਾਂ ਵਿਚਾਰਨੀ, ਕਿੱਥੋਂ ਗੱਲ ਸਮਝਣੀ ਹੈ, ਅਸੀਂ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ। ਅੱਜ ਪ੍ਰੋਬਲਮ ਇਹ ਹੈ, ਜੇ ਕੋਈ ਰਾਗੀ ਗ੍ਰੰਥੀ ਬੁਲਾਰਾ ਬਾਣੀ ਦੀ ਵਿਚਾਰ ਸਾਨੂੰ ਸੁਣਦਾ, ਜਿਨ੍ਹਾਂ ਨੇ ਤੇ ਬਾਣੀ ਪੜ੍ਹੀ ਹੁੰਦੀ ਉਹਨਾਂ ਨੂੰ ਤੇ ਗੱਲ ਚੰਗੀ ਵੀ ਲੱਗਦੀ ਤੇ ਸਮਝ ਵੀ ਆਉਂਦੀ ਤੇ ਮੰਨ ਵੀ ਲੈਂਦੇ, ਤੇ ਜਿਨ੍ਹਾਂ ਨੇ ਕੋਈ ਇੱਕ ਅੱਖਰ ਪੜ੍ਹਿਆ ਨਹੀਂ, ਇੱਕ ਅੱਖਰ ਪਤਾ ਨਹੀਂ, ਜਿਹਨੇ ਕਦੀ ਬਾਣੀ ਦਰਸ਼ਨ ਨਹੀਂ ਕੀਤੇ, ਸਭ ਤੋਂ ਵੱਧ ਤਕਲੀਫ ਉਹਨਾਂ ਨੂੰ ਹੁੰਦੀ ਵੀ ਇਹ ਕਿੱਦਾਂ ਹੋ ਸਕਦਾ ਵੀ ਹੁਣ ਤੁਸੀਂ ਵੇਖਿਆ ਨਹੀਂ, ਤੁਸੀਂ ਬਾਣੀ ਪੜ੍ਹੀ ਨਹੀਂ ਹੈ। ਸੁਭਾਵਿਕ ਹੈ ਇਹ ਸਮੱਸਿਆਵਾਂ ਸਮਾਜ ਵਿੱਚ ਆਉਣੀਆਂ, ਸੁਭਾਵਿਕ ਨੇ, ਕਿਉਂਕਿ ਅਸੀਂ ਆਪ ਸਤਿਗੁਰ ਦੀ ਬਾਣੀ ਪੜ੍ਹ ਕੇ ਵਿਚਾਰ ਕੇ ਵੇਖੀ ਨਹੀਂ ਵੀ ਸਤਿਗੁਰੂ ਜੀ ਕਹਿੰਦੇ ਕੀ ਹਨ। ਪੁੱਛ ਕੇ ਵੇਖ ਲਓ, 2 ਅੱਖਰ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲਸਰ, ਅੱਖਰ ਕਾ ਭਿਉ ਨਾ ਲਹੰਤ, ਨਾਨਕ ਤੇ ਨਾ ਰਸਲ ਖਾਰਜੇ ਬਿਨ ਗੁਣ ਗਰਭ ਕਰੰਤ। ਤੋ ਆਓ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਜੋ ਬਚਨ ਕੀਤਾ ਆਪਾਂ ਪੜ੍ਹਿਆ ਤੇ ਵਿਚਾਰਿਆ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ, ਇਹ ਦਾ ਮੇਲ ਅੰਤਰੀ ਭਾਵ ਹੈ। ਇੱਦਾਂ ਹੀ ਇਹ ਜਿਹੜੀ ਪੌੜੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਜਿਸ ਦਾ ਪਾਠ ਕੀਤਾ ਹੈ, ਇਹਦੀਆਂ ਅਖੀਰਲੀਆਂ ਤੁਕਾਂ ਨੇ ਜਗ ਜੀਵਨ ਦਾਤਾ ਪਾਇਆ। ਆਓ ਸਾਰੀ ਸੰਗਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
वाहिगुरू जी की फतेह। आओ साध संगत रल के एक बार इस पौड़ी का गायन कर लईए, फिर आपां विचारां दी सांझ पाउने हां। बिन सतगुर किने ना पायो, 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 बिन सतगुर किने ना पाया, बिन सतगुर किने ना पाया, जग जीवन दाता पाया, जग जीवन दाता पाया, जग जीवन दाता पाया, जग जीवन दाता पाया, वाह वाह। जग जीवन दाता पाया, जग जीवन दाता पाया, जग जीवन दाता पाया, जग जीवन दाता पाया। सतगुर विच आप रखे ओन, सतगुर विच आप रखे ओना, कर प्रगट आख सुनाया, 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 सतगुर मिले सदा मुक्त है, 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 जिन विचों मोह चुकाया, 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 जग जीवन दाता पाया, जग जीवन दाता पाया, जग जीवन दाता पाया, जग जीवन दाता पाया, उत्तम ए विचार है, उत्तम ए विचार है, वाह वाह। जिन सच्चे स्यों चित लाया, जिन सच्चे स्यों चित लाया, जिन सच्चे जिन सच्चे स्यों चित लाया, जिन सच्चे स्यों चित लाया, जग जीवन दाता पाया, जग जीवन दाता पाया, जग जीवन दाता पाया, जग जीवन दाता पाया, कितनी कमाल की गल गुरु नानक साहब जी ने कही है
कि जगत अज उस मालिक नूं अपना जीवन दाता मन रहा। अज किसी बंदे नाल सह सुभाए गल करो, उहदी जुबान ते एक शब्द चढ़िया है, कुल्ली गुल्ली ते जुल्ली। रोटी कपड़ा मकान, तीन चीज़ां कहंदा मिल जाण तां जिंदगी मेरी पूरी है। कि ये तीन चीज़ां दा ही बेस है। बंदे कोल कपड़ा होवे वधिया पाउण लई, घर होवे, खाण लई पदार्थ होण, कि जिंदगी मुकम्मल है, होर किसी चीज़ की लोड़ नहीं। मान लो बंदे दे कोल घर भी वधिया है, कपड़ा भी तरह तरह का पाउण लई है। मान लो कपड़ा भी वधिया आ गया, बंदे दे कोल घर भी वधिया है, खाण लई भी वधिया है। जे तिन्ने चीज़ां मनुख दे कोल हैगियां ने, चलो जिहदे कोल नहीं हैगियां, इन्हां चों एक चीज़ बंदे कोल नहीं हैगी तो बंदे नूं इह लगदा मेरे दुखां दा कारण यह है, मेरे कोल तुहाडे वर्गा कपड़ा पाउण लई नहीं, मैं रेंट ते रहना, मेरे को तुहाडे वर्गा अपना बोलो जी घर नहीं। अच्छा, मेरे दुखों का कारण यह है कि मेरे को घर तुहाडे मुकाबले ते वधिया नहीं हैगा, हैगा अपना पर वधिया नहीं हैगा। वधिया आलीशान घर होवे। मेरे दुखों का कारण यह है भी तुसीं तरह तरह के पकवान खांदे हो, मेरे को रुखी मिसी है। ये मन्निया जाता ना संसार ते भी तुसीं ते भाई चंगियां खांदे हो, साडे कोल गरीबां को कित्थे, तुसीं ते महंगा कपड़ा पाउंदे हो, साडे कोल महातड़ां कोल गरीबां कोल महंगा कपड़ा पाउण लई कित्थे, तुसीं तां भाई चंगे घरां च रहिंदे हो, साडे कोल चंगे घर कित्थे। आम बंदा इहो कहंदा। हुण मंन लो जिहदे कोल तिन्ने चीज़ां भी पूरियां वधिया वा, कपड़ा भी सिरे दा पाउंदा है, घर भी टॉप बिल्कुल वधिया है, ते खाण दे पकवान भी वधिया ने, पुछ के वेखो उहनूं तू सुखी है? होना चाहिए, क्योंकि संसार आंदा भी जिहदे कोल तीन चीज़ां, इहो ही तीन बंदे दीयां मंगां ने, इह होईयां ने ते बंदा सुखी होना चाहिए। पर तुहानूं जिन्हां कोल तीन चीज़ां सिरे दियां भी हैगियां ने ना, वो भी तुहानूं अपने घरां विच पक्खियां दियां छत्तां नाल लगे हुए पक्खियां नाल रस्से बन बन के फाह लैंदे दुनिया ते नज़र आउणगे। नहीं हैगे, मारो ध्यान। टॉप का बिजनेसमैन सी, आ करोना ते पिक्चर साफ ही होगी ना। सगों दरम्याने बंदे नूं इन्ना फर्क नहीं पिया। वो कहता सी, तुसीं कदी नोट करियो, भावें बीमारी का शोशा ज़्यादा छड्डिया गया है ना है, बाद दीयां गल्लां सैकड़े वार स्टेजां ते बोलिया भी जे हैगी सी ते आ 1 साल बार्डरां ते किसान बैठे, होर घटनावां बहुत वापरियां, पर एक भी करोना का मरीज इस अंदोलन में नहीं आया। ना उत्थे इन्नी सावधानी सी, ना उत्थे सैनीटाइजर इन्ना वरतिया जांदा सी, ना मास्क वाला चक्कर ही उत्थे हैगा सी कि जां करोने नूं सिखाया सी भी तुसीं अंदोलन च नहीं जाना। ये सरकारां सामने सवाल भी रखे गए। ना उत्थे कावे बना बनाए लोगों ने इन्ने पीते ने भी इन्ना प्रबंध घर वर्गा थोड़ा हो सकता। हुण तुसीं अपने घर च रोज़ जिद्दां दा मर्जी पकवान खाओ, जदों तुसीं घरों बाहर जांदे हो तुहानूं घर वर्गी सहूलत तो नहीं मिल सकती कि मिल सकती है? बोलो साथ संगत जी। तुसीं जिन्ने मर्जी वधिया जाके होटल च रहो, पर तुहानूं फिर भी कोई ना कोई कमी लगनी है। फिर भी तुसीं आण के कहना जो सुख छज्जू दे चुबारे सो सुख बलख ना विखारे। भी भाई भावें एक कमरे का ही घर वा, जो आनंद इत्थे है ना वो आनंद किते होर है नहीं। हुणे पूरे अंदोलन दे विच तुसीं वेख लो, एक भी मरीज नहीं है। भावें गाजीपुर की गल है, भावें टिकरी की गल है, भावें ਸਿੰਘੂ बार्डर कुंडली बार्डर की गल है। असीं तो लगातार साल उत्थे वेखिया भी कमाल की गल तुसीं वेखो। तो पूरे जो करोना जोबन ते सी किसी दे मास्क भी नहीं सी लगा। हुणे तो पता लगता है। अच्छा, जिन्ने अमीर लोग सी वो ज़्यादा भय भीत सी। वो सब्जी आनी बाहरों पहला उन्होंने धोना फिर रखना। अच्छा, ये भुल ही गए भी जेड़ा बंदा इनू सब्जी नू चक के लैके आया खेतों चो ट्रक ते लोड किया मंडी ते, तुसीं ते सब्जी नू धो लोगे, वो की करूँ? बहुते बंदे अपनियां बिल्डिंगां तो साल 6-6 महीने थले बोलो जी उतरे नहीं। आम बंदा करोना दे विच वजदा फिरदा सी। उन्होंने आंदे तू भी कोई सावधानी वरत ला, कहंदा उदां भी तो मरना ही आ। उस उन्होंने कुछ नहीं होया। अगे हुण तुसीं बोलदे हो चंगे भले बंदे राह जांदे ही इदां कुछ वापर गया।
ਹੁਣ ਮੇਰਾ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਉੱਥੇ ਡਾਕਟਰਾਂ ਦੀਆਂ ਟੀਮਾਂ, ਡਾਕਟਰ ਸਵੈਮਾਨ ਦਾ ਨਾਂ ਸੁਣਿਆ ਹੋਣਾ, ਟਿੱਕਰੀ ਬਾਰਡਰ, ਉਹ ਕਹਿੰਦਾ ਜਦੋਂ ਮੈਂ ਪਹਿਲੇ ਦਿਨ 에ਅਰਪੋਰਟ ਤੇ ਆਣ ਕੇ ਉਤਰਿਆ ਤੇ ਮੈਂ ਵੀ ਮਾਸਕ ਲਾਇਆ, ਕਿਉਂਕਿ ਅਮਰੀਕਾ ਦੇ ਜੰਮ ਉੱਥੇ ਰਹੇ, ਸਟੱਡੀ ਕੀਤੀ, ਇੱਥੇ ਆਣ ਕੇ ਉਹਨਾਂ ਟਿੱਕਰੀ ਬਾਰਡਰ ਤੇ ਸੇਵਾਵਾਂ ਸੰਭਾਲੀਆਂ। ਕਹਿੰਦੇ ਥੋੜ੍ਹੇ ਦਿਨਾਂ ਬਾਅਦ ਕਹਿੰਦੇ ਮੈਂ ਵੀ ਮਾਸਕ ਉਤਾਰਤਾ। ਮੈਂ ਕਿਹਾ ਕਿਆ ਬਾਤ ਹੈ ਜੀ, ਇੱਕ ਡਾਕਟਰ ਹੋ ਕੇ ਉੱਥੇ ਉਹਨੇ ਸਾਰਾ ਕੁਝ ਅੱਖੀਂ ਵੇਖਿਆ। ਕਹਿੰਦੇ ਥੋੜ੍ਹੇ ਕੁ ਦਿਨ ਮੈਂ ਵੀ ਮਾਸਕ ਲਾਇਆ, ਦਸੰਬਰ 'ਚ ਆ ਗਏ ਸੀ ਉਹ ਪਿਛਲੇ ਸਾਲ। ਹੁਣ ਇਹ ਗੱਲਾਂ ਕੀ ਹੈ ਵੀ ਉਹ ਜਾਂ ਤੇ ਵੀ ਜੇ ਹੈਗਾ ਸੀ ਤੇ ਉੱਥੇ ਕਿਉਂ ਨਹੀਂ ਆਇਆ, ਕਿ ਜਾਂ ਉਹਨੂੰ ਦੱਸਿਆ ਸੀ ਵੀ ਇੰਨੇ ਏਰੀਏ ਜਾਣਾ ਤੇ ਇੰਨੇ ਏਰੀਏ 'ਚ। ਅੱਛਾ ਵੀ ਤਮਾਸ਼ਾ ਵੇਖੋ ਕਿੱਡਾ ਵੱਡਾ ਕੀਤਾ ਗਿਆ। ਸ਼ਨੀ ਐਤਵਾਰ ਕਰੋਨਾ ਜ਼ਿਆਦਾ ਹੁੰਦਾ, ਵੀਕਐਂਡ ਕਰਕੇ, ਤੇ ਬਾਕੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬੋਲੋ ਜੀ ਹੈ ਹੀ ਨਹੀਂ ਸੀ। ਸ਼ਨੀ ਐਤਵਾਰ ਕਰੋਨੇ ਨੂੰ ਸਿਖਾਇਆ ਜਾਂਦਾ ਸੀ ਵੀ ਤੂੰ ਰੱਜ ਕੇ 2 ਦਿਨ ਸ਼ਾਪਿੰਗ ਕਰ ਲਾ। ਸ਼ਨੀ ਐਤਵਾਰ ਕਰੋਨੇ ਦਾ ਟਾਈਮ ਹੁੰਦਾ ਸੀ। ਅੱਛਾ ਦੁਕਾਨਾਂ ਬੰਦ ਹੁੰਦੀਆਂ ਸੀ, ਕਰੋਨਾ ਸ਼ਾਪਿੰਗ ਕਰਦਾ ਸੀ। ਮੁੜ ਕੇ ਸੋਮਵਾਰ ਕਰੋਨਾ ਫੇਰ ਅੰਦਰ ਆ ਜਾਂਦਾ ਸੀ, ਫਿਰ ਉਹਨੂੰ ਬਾਹਰ ਕੱਢਿਆ ਜਾਂਦਾ ਸੀ। ਇਹ ਸਮਝ ਆਉਣੀ ਹੈ ਬਾਅਦ 'ਚ, ਸਾਲ ਡੇਢ 2 ਸਾਲ ਬਾਅਦ ਜਾ ਕੇ ਸਮਝ ਆਉਣੀ ਹੌਲੀ ਹੌਲੀ। ਇੱਕਦਮ ਜਿਵੇਂ ਐਂ ਕਰਦੇ ਜਿਵੇਂ ਪਿੰਜਰੇ 'ਚ ਕੈਦ ਕਰ ਲਿਆ ਹੁੰਦਾ। ਤੋ ਖੈਰ ਮੈਂ ਇਹ ਵਿਸ਼ਾ ਇਹ ਨਹੀਂ ਮੈਂ ਗੱਲ ਕਰਾਂ, ਮੈਂ ਤਾਂ ਗੱਲ ਇਹਦੀ ਕਰਨੀ ਚਾਹੁੰਦਾ, ਜਗ ਜੀਵਨ ਕੀ ਹੈ। ਦੁਨੀਆ ਦੇ ਲੋਕ ਜੀਵਨ ਸਮਝਦੇ ਵੀ ਚੰਗਾ ਕੱਪੜਾ ਪਾਉਣ ਲਈ ਹੈਗਾ, ਚੰਗਾ ਘਰ ਮੇਰੇ ਕੋਲ ਹੈਗਾ, ਚੰਗਾ ਮੇਰੇ ਕੋਲ ਮਕਾਨ ਹੈਗਾ, ਫਿਰ ਤਾਂ ਵਧੀਆ ਗੱਲ ਹੈ। ਪਰ ਤੁਹਾਨੂੰ ਇਹ ਵੀ ਬੰਦੇ ਦੁਖੀ ਮਿਲ ਜਾਣਗੇ ਜਿਨ੍ਹਾਂ ਕੋਲ ਘਰ ਵੀ ਹੈਗਾ, ਕੱਪੜਾ ਵੀ ਪਾਉਣ ਲਈ ਹੈਗਾ, ਸਭ ਕੁਝ ਹੋਣ ਤੋਂ ਬਾਅਦ ਵੀ। ਹੁਣ ਤੁਸੀਂ ਵੇਖੋ ਬੰਦਾ ਬੈੱਡ ਤੇ ਖਰੀਦ ਲੈਂਦਾ, ਬੈੱਡ ਉੱਤੇ ਨੀਂਦ ਖਰੀਦ ਸਕਦਾ ਜੀ? ਨੀਂਦ ਨਹੀਂ ਖਰੀਦੀ ਜਾ ਸਕਦੀ। ਤੁਸੀਂ ਬੈੱਡ ਖਰੀਦ ਸਕਦੇ ਹੋ, ਘਰ ਵਧੀਆ ਸੋਹਣੇ ਤਰੀਕੇ ਨਾਲ ਬਣਾ ਸਕਦੇ ਹੋ ਪੈਸਾ ਦੇ ਕੇ, ਪਰ ਘਰ ਵਿੱਚ ਮੁਹੱਬਤ, ਪਿਆਰ, ਸਨੇਹ ਇਹ ਬਾਜ਼ਾਰੋਂ ਪੈਸੇ ਨਾਲ ਮਿਲਦਾ। ਜੇ ਇੱਦਾਂ ਮਿਲਦਾ ਹੁੰਦਾ ਤਾਂ ਲੋਕਾਂ ਨੇ ਮਾਰਕੀਟਾਂ 'ਚੋਂ ਖਰੀਦ ਲੈਣਾ ਸੀ ਵੀ ਘਰ ਵੀ ਵਧੀਆ ਬਣ ਗਿਆ, ਹੁਣ ਪਿਆਰ ਵੀ ਖਰੀਦ ਲਵਾਂ, ਮੁਹੱਬਤ ਵੀ ਖਰੀਦ ਲਵਾਂ, ਅਸੀਂ ਪਿਆਰ ਇਤਫਾਕ ਨਾਲ ਘਰ 'ਚ ਰਹਿ ਸਕੀਏ। ਉਹ ਮੈਂ ਰਾਤੀ ਗੱਲ ਕਹੀ ਹੈ, ਕਈ ਵਾਰੀ ਤੁਹਾਨੂੰ ਦਰਮਿਆਨੇ ਘਰਾਂ 'ਚ ਪਿਆਰ ਜ਼ਿਆਦਾ ਨਜ਼ਰ ਆਊ ਤੇ ਬਹੁਤੇ ਘਰਾਂ ਵਿੱਚ ਤੁਹਾਨੂੰ ਇੱਕ ਨੂੰ ਖਿੱਚ ਕੇ ਪੈਂਦੇ ਨੇ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਰੰਨਾਂ ਹੋਈਆਂ ਬੋਧੀਆਂ। ਜਿਨ੍ਹਾਂ ਘਰਾਂ ਵਿੱਚ ਬੰਦੇ ਸ਼ਿਕਾਰੀ ਬਣ ਜਾਂਦੇ ਨੇ, ਔਰਤਾਂ ਉਹਨਾਂ ਦੀਆਂ ਸਲਾਹਕਾਰ ਬਣ ਜਾਂਦੀਆਂ ਨੇ, ਉਸ ਘਰ 'ਚੋਂ ਪਤਾ ਕਿਹੜੀ ਚੀਜ਼ ਅਲੋਪ ਹੁੰਦੀ ਸਭ ਤੋਂ ਪਹਿਲਾਂ। ਹੁਣ ਬੰਦਾ ਸਵੇਰੇ ਉੱਠ ਕੇ ਸ਼ਿਕਾਰੀ ਬਣ ਗਿਆ, ਕਿੱਦਾਂ ਬਣਿਆ ਹੁਣ ਸੁਣਿਓ ਧਿਆਨ ਨਾਲ। ਸਾਰੀਆਂ ਬੀਬੀਆਂ ਇੱਕੋ ਜਿਹੀਆਂ ਨਹੀਂ, ਸਾਰੇ ਮਰਦ ਇੱਕੋ ਜਿਹੇ ਨਹੀਂ। ਜਿੱਥੇ ਗੱਲ ਢੁਕਦੀ ਹੈ ਟਿਕਾਇਓ ਜ਼ਰੂਰ। ਸਾਰੀਆਂ ਬੀਬੀਆਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਮਰਦ ਵੀ ਇੱਕੋ ਜਿਹੇ ਨਹੀਂ ਹੁੰਦੇ। ਪਰ ਐਗਜ਼ਾਮਪਲ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ, ਕਹਿੰਦੇ ਬੀਬੀ ਆਪਣੇ ਘਰ 'ਚ ਵਾਈਫ ਆਪਣੇ ਪਤੀ ਨੂੰ ਕਹਿੰਦੀ ਹੈ, ਆਪਾਂ ਵੀ ਸੁਣਾ। ਹੁਣ ਐਗਜ਼ਾਮਪਲ ਹੈ ਦੁਨਿਆਵੀ ਅਜੋਕੇ ਸਮਾਜ ਦੀ, ਜਿਹੜੀ ਆਪਾਂ ਸਮਾਜ ਵਿੱਚ ਵਿਚਰਦੇ ਹਾਂ। ਬੰਦਾ ਸਰਕਾਰੀ ਜੌਬ ਕਰਦਾ, ਉਹਦੀ ਵਾਈਫ ਕਹਿੰਦੀ ਹੈ ਜੀ ਆਪਣਾ ਵੀ ਵੱਡਾ ਟੀਵੀ ਹੋਵੇ, ਆਪਾਂ ਵੀ LED ਵੱਡੀ ਲਿਆ ਕੇ ਲਾਈਏ, ਵੱਡੀ ਆਪਣੀ ਫਰਿੱਜ ਹੋਵੇ, ਘਰ ਆਪਣਾ ਵੱਡਾ ਹੋਵੇ, ਆਪਣੇ ਕੋਲ ਆ ਵੀ ਹੋਵੇ, ਆਪਣੇ ਕੋਲ ਆ ਵੀ ਹੋਵੇ। ਕਈਆਂ ਘਰਾਂ 'ਚ ਲੜਾਈਆਂ ਇਹ ਵੀ ਹੁੰਦੀਆਂ ਨੇ। ਪਤੀ ਆਂਦਾ ਵੇਖ ਭਾਗਾਂ ਵਾਲੀਏ, ਜਿੰਨੀ ਮੇਰੀ ਸੈਲਰੀ ਉਹਦੇ ਹਿਸਾਬ ਨਾਲ ਬਹੁਤ ਵਧੀਆ ਚੱਲ ਰਿਹਾ, ਮੈਂ ਕਰਜ਼ਾ ਨਹੀਂ ਚੱਕਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਵੀ ਮੈਂ ਰਾਤ ਨੂੰ ਸੌਵਾਂ ਤੇ ਮੈਨੂੰ ਟੈਨਸ਼ਨ ਹੋਵੇ ਕਿ ਮੈਂ ਇੰਨੇ ਲੋਕਾਂ ਦੇ ਦੇਣੇ ਨੇ। ਬਹੁਤ ਵਧੀਆ ਚੱਲ ਰਿਹਾ, ਜਿੰਨੀ ਮੇਰੀ 60-70 ਹਜ਼ਾਰ ਰੁਪਇਆ ਸੈਲਰੀ ਹੈ, ਉਹਦੇ ਮੁਤਾਬਕ ਆਪਾਂ ਬਹੁਤ ਵਧੀਆ ਆਪਣਾ ਘਰ ਚੱਲ ਰਿਹਾ ਹੈ। ਜੇ ਤੇ ਹੁੰਦੀ ਵਾਈਫ ਸਿਆਣੀ ਤੋਂ ਕਹਿੰਦੀ ਠੀਕ ਹੈ ਸਰਦਾਰ ਸਾਹਿਬ, ਮੇਰੇ ਸਿਰ ਦੇ ਸਾਈਂ ਜੀ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ, ਠੀਕ ਹੈ ਆਪਾਂ ਨੂੰ ਵਧੀਆ। ਪਰ ਬੀਬੀ ਨੇ ਅਗਲੀ ਗੱਲ ਕਹਿ ਮਾਰੀ ਕਿ ਮੇਰੀ ਫਲਾਣੀ ਸਹੇਲੀ ਹੈ, ਉਹਦਾ ਹਸਬੈਂਡ ਵੀ ਤੇ ਤੁਹਾਡੇ ਮਹਿਕਮੇ 'ਚ ਜੌਬ ਕਰਦਾ, ਜਾ ਕੇ ਉਹਦਾ ਘਰ ਵੇਖੋ, ਉਹਦੀ LED ਵੇਖੋ, ਉਹਦੀਆਂ ਫਰਿੱਜਾਂ ਵੇਖੋ, ਉਹਦਾ ਸਾਜੋ ਸਮਾਨ ਵੇਖੋ। ਅਤੇ ਅੱਗੇ ਉਹ ਪਤੀ ਨੇ ਫਿਰ ਕਹਿਤਾ ਜਿਹੜੇ ਕੰਮ ਉਹ ਕਰਦਾ ਮੇਰੇ ਕੋਲ ਉਹ ਕੰਮ ਹੋਣੇ ਨਹੀਂ। ਹੁੰਦੀ ਉਹ ਕਿਹੜੇ ਕਰਦਾ? ਕਹਿੰਦਾ ਉਹ ਇੱਧਰ ਉੱਧਰ ਵੀ ਹੱਥ ਮਾਰਦਾ। ਉਹ 60-70 ਹਜ਼ਾਰ ਦੀ ਸੈਲਰੀ 'ਤੇ ਡਿਪੈਂਡ ਨਹੀਂ ਨਾ। ਹੁਣ ਉੱਥੇ ਉਹ ਰਿਸ਼ਵਤ ਆਉਂਦੀ ਹੈ, ਉਹ ਲੈਂਦਾ ਹੈ, ਅਤੇ ਰਿਸ਼ਵਤ ਨਾਲ ਜੋ ਮਰਜ਼ੀ ਬਣਾਈ ਜਾਓ। ਮੈਂ ਬੇਈਮਾਨੀ ਦਾ ਪੈਸਾ ਆਪਣੇ ਘਰ ਲੈ ਕੇ ਨਹੀਂ ਆਉਣਾ। ਹੁਣ ਜੇ ਤੇ ਵਾਈਫ ਹੁੰਦੀ ਚੰਗੇ ਸੰਸਕਾਰਾਂ ਦੀ, ਉਹ ਕਹਿੰਦੀ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਬਿਲਕੁਲ ਇਹ ਗੱਲ ਹੁਣ ਕਿਸੇ ਮਜ਼ਹਬ ਨਾਲ ਸੰਬੰਧਿਤ ਨਹੀਂ ਹੈ, ਇਹ ਗੱਲ ਹੈ ਇਨਸਾਨੀਅਤ ਨਾਲ ਸੰਬੰਧਿਤ। ਭਾਵੇਂ ਕੋਈ ਸਿੱਖ ਪਰਿਵਾਰ ਦੀ ਵਾਈਫ ਹੋਵੇ, ਪਰਿਵਾਰ ਦੀ ਧੀ ਬੱਚੀ ਹੋਵੇ, ਭਾਵੇਂ ਹਿੰਦੂ ਪਰਿਵਾਰ ਦੀ ਹੋਵੇ, ਮੁਸਲਮਾਨ ਪਰਿਵਾਰ ਦੀ ਹੋਵੇ, ਇੱਕ ਕਾਮਨ ਗੱਲ ਸਾਂਝੀ ਹੈ। ਜੇ ਤੇ ਚੰਗੇ ਸੰਸਕਾਰਾਂ ਵਾਲੀ ਹੁੰਦੀ, ਉਹ ਮੰਨ ਲੈਂਦੀ ਗੱਲ ਵੀ ਮੇਰੇ ਸਿਰ ਦੇ ਸਾਈਂ ਨੇ ਇਹ ਗੱਲ ਕਹੀ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਉਹਨੇ ਅੱਗਿਓਂ ਕੀ ਆਖਿਆ?
ਉਹਨੇ ਆਖਿਆ ਤੁਸੀਂ ਇਮਾਨਦਾਰੀ ਦਾ ਠੇਕਾ ਲਿਆ ਸਾਰੀ ਜ਼ਿੰਦਗੀ, ਥੋੜ੍ਹਾ ਬਹੁਤਾ ਤੁਸੀਂ ਵੀ ਇੱਧਰ ਉੱਧਰ ਹੱਥ ਮਾਰ ਲਓ। ਹੁਣ ਮੰਨ ਲਓ ਵੀ ਜਦੋਂ ਔਰਤ ਮਰਦ ਨੂੰ ਕਵੇ, ਤੇ ਸਿਆਣਿਆਂ ਦੀ ਕਹਾਵਤ ਹੈ ਵੀ ਜਦੋਂ ਇੱਕੋ ਗੱਲ ਬਾਰ-ਬਾਰ ਕਹੀ ਜਾਓਗੇ, 100 ਵਾਰ ਝੂਠ ਤੁਹਾਡੇ ਕੰਨ ਲਾ ਕੇ ਕੋਈ ਬੋਲੇ ਨਾ, ਤੇ ਤੁਹਾਨੂੰ 101 ਵਾਰ ਬੋਲਣ ਤੋਂ ਬਾਅਦ ਇੰਜ ਲੱਗਣਾ ਕਿਤੇ ਸੱਚ ਤੇ ਨਹੀਂ। ਹੁਣ ਬਾਰ-ਬਾਰ ਗੱਲ ਕਹਿਣ ਤੇ ਬੰਦੇ ਦਾ ਮਨ ਇੱਧਰ ਉੱਧਰ ਕਰ ਆਇਆ। ਹੁਣ ਬੰਦਾ ਸਵੇਰੇ ਉੱਠ ਕੇ ਸ਼ਿਕਾਰ ਖੇਡਣ ਤੁਰਦਾ, ਰੰਨਾਂ ਹੋਈਆਂ। ਵੇਖੋ ਮਹਾਰਾਜ ਨਾ ਔਰਤ ਨੂੰ ਸਤਿਕਾਰ ਕਿੰਨਾ ਦਿੰਦੇ ਆ। ਸੋ ਕੋ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਉਸ ਔਰਤ ਨੂੰ ਤੁਸੀਂ ਮਾੜਾ ਕਿਉਂ ਕਹਿੰਦੇ ਜੇ, ਜਿਹਨੇ ਹਰ ਇੱਕ ਨੂੰ ਜਨਮ ਦਿੱਤਾ, ਰਾਜਿਆਂ ਨੂੰ, ਰਜਵਾੜਿਆਂ ਨੂੰ, ਹਰ ਇੱਕ ਵਰਗ ਨੂੰ ਸੰਸਾਰ 'ਤੇ ਲਿਆਉਣ ਵਾਲੀ ਔਰਤ ਹੈ, ਉਹਨੂੰ ਤੁਸੀਂ ਮੰਦਾ ਕਿਉਂ ਕਹਿੰਦੇ ਹੋ? ਸੋ ਕੋ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਪਰ ਇੱਥੇ ਰੰਨ ਸ਼ਬਦ ਵੀ ਵਰਤਿਆ, ਰੰਨਾਂ ਹੋਈਆਂ ਬੋਧੀਆਂ। ਉਹ ਸ਼ਬਦ ਗੁਰੂ ਸਾਹਿਬ ਇੱਕ ਔਰਤ ਪ੍ਰਤੀ ਇਹ ਵੀ ਬੋਲ ਰਹੇ ਨੇ। ਕਿਉਂ ਬੋਲ ਰਹੇ ਨੇ? ਉੱਥੇ ਉਦੋਂ ਕਿਹਾ ਜਦੋਂ ਔਰਤ ਸਤਿਕਾਰ ਦੇ ਲਾਇਕ ਹੈ, ਇੱਥੇ ਉਦੋਂ ਕਿਹਾ ਜਦੋਂ ਔਰਤ ਮਰਦ ਨੂੰ ਪੁੱਠੀ ਪੱਟੀ ਪੜਾਉਂਦੀ ਹੈ, ਜਦੋਂ ਉਹਨੂੰ ਗਲਤ ਡਾਇਰੈਕਸ਼ਨ 'ਤੇ ਤੋਰਨ ਵਿੱਚ ਉਹਦਾ ਸਾਥ ਦਿੰਦੀ ਹੈ, ਜਾਂ ਜੇ ਮਰਦ ਨਹੀਂ ਵੀ ਤੁਰਨਾ ਚਾਹੁੰਦਾ ਤੇ ਉਹਨੂੰ ਤੋਰਦੀ ਹੈ, ਧੱਕੇ ਨਾਲ ਤੋਰਦੀ ਹੈ। ਉੱਥੇ ਗੁਰਦੇਵ ਜੀ ਕਹਿੰਦੇ ਫਿਰ ਜਦੋਂ ਮਰਦ ਨੇ ਔਰਤ ਦੀ ਗੱਲ ਮੰਨ ਲਈ, ਬੁੱਧ ਲੈ ਲਈ ਉਹਦੇ ਕੋਲੋਂ, ਅਕਲ ਲੈ ਲਈ, ਰੰਨਾਂ ਹੋਈਆਂ ਬੋਧੀਆਂ, ਤੇ ਪੁਰਸ਼ ਹੋਏ ਸ਼ਯਾਦ ਕਹਿੰਦੇ ਸ਼ਿਕਾਰੀ। ਹੁਣ ਸਵੇਰੇ ਉੱਠ ਕੇ ਮਰਦ ਸ਼ਿਕਾਰ ਖੇਡਣ ਤੁਰਦਾ, ਸ਼ਿਕਾਰ ਹੀ ਹੈ। ਜੋ ਬੰਦਾ ਸਵੇਰੇ ਉੱਠ ਕੇ ਟਾਈਆਂ ਛਾਈਆਂ ਲਾ ਕੇ ਪੈਂਟ ਕੋਟ ਪਾ ਕੇ ਦਫ਼ਤਰ 'ਚ ਬਹਿ ਜਾਂਦਾ, ਕੀ ਖੇਡਣ ਤੁਰਦਾ ਜੀ ਭਲਾ? ਉੱਚੀ ਬੋਲੋ ਜੀ। ਸ਼ਿਕਾਰ। ਉੱਦਾਂ ਤੇ 50 60 70 ਹਜ਼ਾਰ ਨਾਲ ਬੜਾ ਵਧੀਆ ਕੰਮ ਚੱਲਦਾ ਸੀ। ਹੁਣ ਸ਼ਿਕਾਰ ਖੇਡਦਾ ਵੀ ਉੱਥੇ ਕੁੰਡੀ ਲਾਵਾਂ, ਉੱਥੇ ਕੁੰਡੀ ਲਾਵਾਂ। ਹੁਣ ਜਿਵੇਂ ਮੱਛੀ ਫੜਨ ਵਾਲਾ ਮਛੇਰਾ ਕੀ ਕਰਦਾ, ਉਹ ਜਾ ਕੇ ਕੁੰਡੀ ਸੁੱਟ ਕੇ ਸਮੁੰਦਰ ਦੇ ਕੰਢੇ, ਨਦੀ ਨਾਲੇ ਦੇ ਕੰਢੇ ਬਹਿ ਜਾਂਦਾ ਨਾ, ਤੇ ਉਹਦੇ 'ਚ ਬੋਟੀ ਪਾਉਂਦਾ ਮਾਸ ਦੀ, ਪਰਾਂ ਹੋ ਕੇ ਬਹਿ ਜਾਂਦਾ। ਹੁਣ ਏਡੇ ਵੱਡੇ ਸਮੁੰਦਰ 'ਚੋਂ ਮੱਛੀ ਨੂੰ ਬਾਹਰ ਕੱਢ ਸਕਦਾ ਸੀ ਕੋਈ? ਪਰ ਉਹ ਮਾਸ ਦੀ ਬੋਟੀ ਨੂੰ ਭੱਜ ਕੇ ਮੂੰਹ 'ਚ ਪਾਉਂਦੀ ਹੈ। ਨਾਲ ਹੀ ਉਹ ਜਿਹੜੀ ਉਹਨੇ ਰੱਸੀ ਪਾਈ ਹੁੰਦੀ ਹੈ, ਧਾਗਾ ਪਾਇਆ ਹੁੰਦਾ ਬਰੀਕ ਜਾਂ ਤਾਰ, ਉਹ ਹਿੱਲਦਾ, ਉਹਨੂੰ ਸਮਝ ਆ ਜਾਂਦੀ ਵੀ ਇਹ ਕਿਸੇ ਨੇ ਮੂੰਹ 'ਚ ਪਾਇਆ, ਜਾਂ ਖਿੱਚਦਾ ਮੱਛੀ ਦੇ ਚਬਾੜੇ 'ਚ ਫਸਦਾ, ਖਿੱਚ ਕੇ ਇਹਨੂੰ ਬਾਹਰ ਲੈ ਆਉਂਦਾ। ਇਹਨੂੰ ਬਾਣੀ ਲਿਖਿਆ ਅਤ ਸਿਆਣੀ ਸੋਹਣੀ। ਨਾਲ ਕਹਿਤਾ ਕੀਤੇ ਕਾਰਨ ਪਾਕੜੀ, ਆਪਣੇ ਚਸਕੇ ਕਰਕੇ ਫੜੀ ਗਈ। ਨਹੀਂ ਤਾਂ ਸਮੁੰਦਰ 'ਚੋਂ, ਪਾਣੀ 'ਚੋਂ ਮੱਛੀ ਨੂੰ ਕੋਈ ਬਾਹਰ ਲਿਆ ਸਕਦਾ ਹੈ ਜੀ? ਜੇ ਮੱਛੀ ਨੂੰ ਜ਼ੁਬਾਨ ਦਾ ਚਸਕਾ ਨਾ ਹੁੰਦਾ, ਹੈ ਦੁਨੀਆ ਦੀ ਕਿਸੇ ਬੰਦੇ ਕੋਲ ਤਾਕਤ ਕਿ ਪਾਣੀ 'ਚੋਂ ਜਾ ਕੇ ਮੱਛੀ ਨੂੰ ਬਾਹਰ ਲੈ ਆਵੇ? ਉਹ ਬੋਟੀ ਮੂੰਹ 'ਚ ਪਾਉਂਦੀ ਹੈ ਪਰ ਕੁੰਡੀ ਭੁੱਲ ਜਾਂਦੀ ਹੈ ਵੀ ਇਹਦੇ ਥੱਲੇ ਕੁੰਡੀ ਵੀ ਹੈਗੀ ਹੈ। ਇੱਦਾਂ ਹੀ ਮੰਨ ਲਓ ਬੰਦਾ ਮੱਛੀ ਹੈ, ਸੰਸਾਰ ਇੱਕ ਸਮੁੰਦਰ ਹੈ, ਅਗਲੇ ਕੁੰਡੀਆਂ ਲਾ ਕੇ ਬੈਠੇ ਨੇ, ਕੁੰਡੀਆਂ ਲਾ ਕੇ ਬੈਠੇ ਨੇ ਅਗਲੇ 2000 ਤੋਂ ਸ਼ੁਰੂਆਤ ਕਰਦੇ ਰਿਸ਼ਵਤ ਦੇਣੀ, ਫਿਰ 5 ਦਿੰਦੇ ਆ, ਫਿਰ 10 ਦਿੰਦੇ ਆ, ਫਿਰ 20 ਦਿੰਦੇ ਆ, ਫਿਰ ਲੱਖ ਦਿੰਦੇ ਆ, ਫਿਰ 2 ਲੱਖ ਦਿੰਦੇ ਆ। ਮਠਿਆਈ ਦੇ ਡੱਬੇ 'ਚ ਵੀ ਆਉਂਦੀ ਆ, ਟਿਫਨਾਂ 'ਚ ਵੀ ਆਉਂਦੀ ਆ। ਕੈਮਰੇ ਕਿਹਨਾਂ ਵਾਸਤੇ ਲਾਏ ਨੇ ਸਰਕਾਰੀ ਦਫ਼ਤਰਾਂ 'ਚ, ਗੈਰ ਸਰਕਾਰੀ ਦਫ਼ਤਰ? ਲੋਕਾਂ ਦੇ ਏਅਰਪੋਰਟਾਂ 'ਤੇ ਰਿਸ਼ਵਤ ਹੈ ਨਹੀਂ, ਕਿਉਂ ਨਹੀਂ ਹੈਗੀ? ਉੱਥੇ ਆਪੇ ਤਰੀਕਾ ਦੱਸਦੇ ਵੀ ਇੱਥੋਂ ਐਂ ਕਰ ਲਾ, ਇੱਥੋਂ ਐਂ ਕਰ ਲਾ। ਕੈਮਰੇ ਜਿਹੜੇ ਬੰਦੇ ਨੇ ਬੇਈਮਾਨੀ ਕਰਨੀ ਆ, ਉਹਨੂੰ ਪਤਾ ਹੁੰਦਾ ਵੀ ਕਿਹੜੀ ਡਾਇਰੈਕਸ਼ਨ ਤੋਂ ਕਿੱਥੋਂ ਕਿੰਨੀ ਰਿਕਾਰਡਿੰਗ ਆਉਂਦੀ ਹੈ, ਕਿੰਨੀ ਨਹੀਂ ਆਉਂਦੀ, ਪਤਾ। ਜਿਹੜਾ ਬੰਦਾ ਸੱਚ ਨਾਲ ਜੁੜਿਆ ਉਹ ਤੇ ਕੈਮਰੇ। ਹੁਣ ਤੁਸੀਂ ਇਮਾਨਦਾਰ ਜੀ, ਤੁਸੀਂ ਬਿਲਕੁਲ ਇਮਾਨਦਾਰ ਜੀ, ਤੁਸੀਂ ਤੁਰੇ ਜਾ ਰਹੇ ਜੇ, ਤੁਹਾਡਾ ਕਦੀ ਕਿਸੇ ਕੈਮਰੇ ਵੱਲ ਧਿਆਨ ਪਿਆ? ਤੇ ਚੋਰ ਸਭ ਤੋਂ ਪਹਿਲਾਂ ਵੇਂਦਾ ਕੀ ਭਲਾ? ਉਹ ਵੇਂਦਾ ਕੈਮਰੇ ਵੀ ਕਿੱਥੇ ਕਿੱਥੇ ਕੈਮਰੇ ਲੱਗੇ ਹੋਏ ਨੇ, ਪਰ ਉਹ ਇਹ ਭੁੱਲ ਜਾਂਦਾ ਇਹਨਾਂ ਕੈਮਰਿਆਂ ਦੀਆਂ ਰਿਕਾਰਡਿੰਗਾਂ ਡਿਲੀਟ ਹੋ ਜਾਣੀਆਂ। ਪਰ ਜਿਹਨੇ ਪੈਦਾ ਕੀਤਾ ਨਾ, ਹਰ ਜੀਓ ਅੰਤਰਜਾਮੀ ਜਾਣ, ਕਰਤ ਬੁਰਾਈ ਮਨੁੱਖ ਤੇ ਛਪਾਈ, ਸਾਖੀ ਭੂਤ ਪਵਾਨ। ਸਾਖੀ ਕਹਿੰਦੇ ਗਵਾਹ, ਭੂਤ ਕਹਿੰਦੇ ਬੀਤਿਆ ਹੋਇਆ ਸਮਾਂ, ਪਵਾਨ ਕਹਿੰਦੇ ਵਰਤਮਾਨ ਭਵਿੱਖ। ਕਹਿੰਦੇ ਦੁਨਿਆਵੀ ਬੰਦਿਆਂ ਦੇ ਕੋਲੋਂ ਤੇ ਲੁਕਾਉਣ 'ਚ ਕਾਮਯਾਬ ਹੋ ਜਾਏਗਾ, ਜਿਹੜਾ ਅੰਤਰਜਾਮੀ ਹੈ ਉਹਦੇ ਕੋਲੋਂ ਕਿੱਦਾਂ ਲੁਕਾਏਗਾ? ਉਹ ਅੱਜ ਦਾ ਵੀ ਗਵਾਹ ਤੇ ਕੱਲ੍ਹ ਦਾ ਵੀ ਗਵਾਹ, ਤੇ ਜਿਹੜਾ ਬੀਤ ਚੁੱਕਾ ਸਮਾਂ ਉਹਦਾ ਵੀ ਗਵਾਹ। ਹਰ ਜੀਓ ਅੰਤਰਜਾਮੀ ਜਾਨਾ, ਕਰਤ ਬੁਰਾਈ। ਅੱਛਾ, ਕਮਾਲ ਦੀ ਗੱਲ ਤੁਸੀਂ ਵੇਖੋ, ਬੁਰਾ ਕੰਮ ਕਰਕੇ ਬੰਦਾ ਆਸੇ ਪਾਸੇ ਵੇਂਦਾ ਵੀ ਮੈਨੂੰ ਕਿਤੇ ਕੋਈ, ਤੇ ਚੰਗਾ ਕੰਮ ਕਰਦਾ ਹੋਵੇ ਨਾ ਮਾੜਾ ਜਿਹਾ ਵੀ ਕਿਤੇ, ਉਦੋਂ ਇਹ ਰੱਖਦਾ ਧਿਆਨ ਵੀ ਕੋਈ ਵੇਂਦਾ ਮੈਨੂੰ। ਜੇ ਨਹੀਂ ਵੇਂਦਾ ਤਾਂ ਜਾਣ ਕੇ ਧਿਆਨ ਦਵਾਉਂਦਾ ਵੀ ਆਹ ਵੇਖ ਲਓ ਮੈਂ ਥਾਲੀ ਵੀ ਮਾਂਜਦਾ ਜੇ ਗੁਰਦੁਆਰੇ,
ਆ लो मैं झाड़ू भी मारदा हुंदा जी, आ वेख लो मैं पोचा भी मारदा हुंदा जी, आ मैं सेवा भी करदा हुंदा जी। चंगा माड़ा जिहा करदा ते किसे दा ध्यान नहीं भी हैगा ते ध्यान दिवाउंदा वा। पत्रकार नूं पता भी नहीं लगा, फोन करदा असीं कंबल वंडने आ जिओ उत्थे, असीं उत्थे चादरां वंडणीआं आ जिओ उत्थे, असीं आह काम करना आ जिओ उत्थे, असीं फलाणे नूं आह देण लगे आ जिओ उत्थे। पत्रकार नूं सददा हर जिओ अंतरजामी जान करत बुराई मानुख ते छुपाई। अच्छा मनुख तो छुपाउण च कई वारी कामयाब भी हो जाता है, पर उहदे तो मालिक तो जग जीवन दाते तो छुपाउण च कामयाब नहीं हो सकता। दुनियावी बंदे को छुपा के बैड खरीद लवेगा पर नींद नहीं आनी, अंदर दी बेचैनी। इसे नूं आख्या सी ना, इसे नूं इह गल समझाई सी कि जदों मनुख अपनी जिंदगी दे विच सच नालों टुटदा किद्दां तड़फदा, किद्दां बेचैन हुंदा। हुण औरत ने मर्द नूं सलाह दित्ती ते मर्द बन गया शिकारी, तुर पिया बेईमानी दे राह ते। रन्ना होईयां बोदियां पुरश होए सयाद। अच्छा सुनियो हुण ध्यान नाल, हुण 60-70 हज़ार सैलरी सी, 2-3 लाख आउण लग पिया महीने दा। बैड आ गए वधिया, फर्नीचर सोहना आ गया, सोफे वधिया आ गए, LED वड्डी आ गई, फ्रिज एडी वड्डी आ गई, भावें 20 लीटर दुध विच रख दो, फ्रूट सब्जियां भर दो, वाधू सब कुछ आ गया टॉप दा। पर एक चीज़ घरों आ चीज़ां लोप हो गई। किहड़ियां? सील मिठा सुभाਅ। ना औरत मर्द नूं मिठा बोलदी है तो ना मर्द। बोलो जी, मिठा नहीं बोलना उन्हें। उन्हें क्यों नहीं बोलना? उन्हें कहना किहड़ा कमाई करके लैके आया। तो बंदे दा पसीना टपकदा होवे, करदा होवे मेहनत। औरत पता अपने बच्चों की कहंदी आ? कहंदी आ अपने बाप वाल वेखो, उन्हें तुहाडे बदले कदी चंगी जुत्ती लैके नहीं पाई। और दिन रात मेहनत तपस्या करदा जिन्हें तुहानूं पालिया है। ते बाप अपनी धी नूं कहंदा, धीए तेरी माँ ने तुहानूं पालदियां कोई चज दा सूट सवा के नहीं वेखिया, अपने गल पा के नहीं वेखिया, तुहानूं किद्दां रीझां नाल पालिया। वो संस्कार बच्चों के अंदर जाते फिर कि साडे माँ बाप ने किद्दां पाले, फिर प्यार नाल रिस्पैक्ट इज्जत। हुण साजो समान ते आ गया, कुल्ली भी आ गई, गुल्ली भी आ गई, जुल्ली भी आ गई, सब कुछ आ गया, पर आ चीज़ खत्म हो गई। ये चीज़ आनी सी जगत दे जीवन देने वाले दाते करके। केड़ी केड़ी सुने हुण गिनती करी जाओ। सील, सील कहते हैं मिठा सुभाअ। मिठा नहीं बोलू कोई एक दूजे नूं। वेख लिओ जिन्हां घरां 'च बेईमानी दियां कमाइयां आउंदियां, गुस्सा ना मनाओ, औरत मर्द दी कौडी जिन्नी इज्जत नहीं करती, ते ना मर्द औरत की इज्जत करता है। तो जो दोवां जियां ने इज्जत नहीं करनी, तो बच्चों को इज्जत की की उम्मीद लाओगे तुसीं? उन्होंने पता होंदा भी रिश्वत के पैसे इदा इदा ऐस हथ पैसे आउंदे रिश्वत के, ऐस हथ जाके पब च बच्चा डाउंदा है। भलिया तूं तो किसी परिवार के उत्ते कहर ढाता ना, 5-7 व्याजी पैसे परसेंट ते चक के तेनों रिश्वत दी, तेरा बच्चा तो 20 मिनटां च पब च पार्टी कर आया। हुण तूं जाके कहें जी मैं तो बड़ा भला करदा, तू तो एक परिवार का कातल है। चाहे तू रिश्वत लैके कोई बहुत वड्डा काम किया, तेरे बच्चों ने पार्टियां के पैसे उड़ा छड़े ना। बड़े बड़े बंदे कित्थों आउंदा पैसा, कित्थों इत्थों तो बेईमानी जन्म लैंदी है। इस करके तो गुरु नानक साहब जी की विचारधारा हारी सारी बंदे नूं फिट नहीं सी बैठदी। समय के राजियां नूं की तकलीफ सी गुरु नानक साहब जी के घर तो भी उन्होंने तत्तियां तवियां ते बिठाता, देग चौबाले दे दिते। समाज वेखियो महकमे दे विच एक बंदा ईमानदार होवे, बेईमान लोग उत्थे ईमानदार बंदे दे पैर, बोलो जी, नहीं लगन देंगे। सील मिठा सुभाअ, उस घर च सब तो पहला मिठा सुभाअ जाऊ। संजम दूजी, उस घर च मर्यादा कोई नहीं जाऊ। समझते हो मर्यादा की होंदी है? चंगे परिवारों के धी पुत कित्थे जाते ने, माँ नूं पता होंदा, बाप पुछदा बेटी कित्थे, वो माँ दसदी है मेरी बेटी फलानी अपनी फ्रेंड के घर गई है, होमवर्क करन गई आ, पढ़न गई आ, ट्यूशन सेंटर तो इन्ने बजे उन्हें आना, इन्ने बजे घर आ जाना। बेटा कित्थे है, माँ बाप नूं पता होंदा है। पर जिस घर विच बेईमानियां दियां कमाइयां होणगियां, उत्थे संजम नां दी, उच्ची बोलो, उत्थे रात नूं 12 बजे पुत आवे पार्टी करके, धी 11 बजे आवे, है हिम्मत पुछण दी?
नहीं हैगी हिम्मत। सील संजम, पहला सील मिठा सुभाਅ, दूजा संजम, ते तीजा सुच भन्नी। घर विच पवित्रता कोई नहीं रही, सुच भज गई। खाना खाज आहाज, खाना वो खाधा जा रहा जिहड़ा ना खाण योग सी, यानी कि जदों तुसीं खुराक ही मन नूं वो दित्ती, जदों तुसीं जगत नूं जीवन देण वाले दाते कोलों जीवन लिया ही नहीं, खाना खाज आहाज, ते सुणिओ उस घर च हुण किहड़ी चीज़ खत्म होई इहदे नाल? शर्म गया घर अपने। उस घर च शर्म कहिंदी आ मैं नहीं रहना, इस घर विच मैं नहीं रहना, क्योंकि इत्थे जगत नूं जीवन देने वाला दाता है नहीं। शर्म गया घर अपने, ते मगरों इज्जत बोली शर्म दे नाल। इज्जत कहंदी भैणे जे तूं नहीं ना रहना ते रहना मैं भी नहीं इस घर विच। शर्म भी है नहीं ते इज्जत भी है नहीं। शर्म गया घर अपने, पत उठ चली नाल। पत कहंदी मैं भी चली उस घर च उठ के। महाराज हुण दस दिओ, जे सारियां चीज़ां वापस लियाउणियां होण, भी मिठा सुभाਅ भी होवे, संजम भी होवे, सुच भी होवे। सुच मीनिंग हिरदे पवित्र। सुचमता अर्थ आ नहीं भी मैं हाथ धो के रोटी खाना, मैं किसी के हाथ दा लगा भोजन नहीं छकदा, ये सुचमता नहीं। इहो जिहे सुचमतियां धज्जियां उड़ाइयां गुरबाणी विच। सूचे ना आखियन बहन जे पिंडा धोए, सूचे सही नानका जिन मन वसिया सोए। जिहदे अंदर सच वसदा है, ਉਹਦੇ हत्थां नूं मिट्टी भी लगी होवे, ਉਹਦੇ हत्थां वर्गा पवित्र हत्थ किसी होर दा है ही नहीं। बंदे दी कमाई नेक होवे, हत्थां नूं मिट्टी भी आ ਜਿਹੜੇ सड़कों के उत्ते पत्थर कुट के पाउंदे आ, जे कमाई नेक है तो हत्थां नूं मिट्टी लगी है, लागे दी गड्डियां लंघ रहीआं, धूड़ भी कई वारी खाने 'च पै जाती है। उन्हां दे हत्थ पवित्र ने, 100-100 200-200 पाठ करन वाले, जे दूजियां दी कमाई ते निगाह तू मुकाबला नहीं उन्हां दा कर सकदा। क्यों? क्योंकि अंदर कपट है, अंदर छाल है, बाहर की सुचमता का की अर्थ रह गया। महाराज जे वापस लैके आना होवे सब कुछ, कहते फिर आ तरीका अपना लो कि नानक सच्चा एक है। हे नानक सच्चा इको ही आ, और ना सच्चा भाल। ओ इको की आ, एको है भाई, एको है साहब मेरा। एक मालक की मर्यादा घर च लै आओ, एक रब की इबादत लै आओ, एक मालक नाल सांझ पा लाओ, सारा कुछ तुहाडे घर च वापस परत के आ जाएगा। एक बेनती करा साध संगत, बंदा बेईमानी की कमाई करन भी लगा होवे ना, तो जे घर की बीबी सियाणी होवे उन्होंने पता किदां समझाउंदी है। देखो जी, मैं अपने बच्चों के मूँह च जहर नहीं पाउणा, मेरे बच्चों लई किसी ना ठगी मार के ना लैके आयो। मैं सधारण कपड़ियां ना जीवन गुजार लवांगी, मैनू महंगे सूट कपड़े नहीं चाहिए, पर किसी का घर तबाह करके पैसा लैके ना आयो। पता मर्द की सोचेगा फिर? वो ठीक है मैं 10 20 30 किसी के पैसे देने होणगे, पर इहो जिहा परिवार थोड़ा किसी को हैगा। औरत नेक होवे ते मर्द नूं भी गलत कमाई करन तो रोक सकती है। मर्द नेक होवे ते औरत नूं भी गलत रस्ते तो सही रस्ते लिया सकता है। तो जिस घर विच दोवें ही पुठे रस्ते पै जाण, अंदाज़ा लाओ भी उस घर के हालात किहड़े होणगे। कई बार ना मर्द नशियां 'च पै जांदा, ते औरत ईमानदारी की किरत करके बच्चे पाल लेंदी है, वो बर्तन मांज लेंदी है, झाड़ू पोचे ला लेंदी है, सधारण कमाई करके भी फिर वो बच्चे कई बारी उस नरक भरी जिंदगी चो बाहर छाल मार के निकलते हैं। फिर इदां वो लड़ते अपने आप नाल, जो नरक मेरी माँ ने वेखिया मैं उस नरक चों निकलना है। तुसीं वेखिया सधारण परिवारों के बच्चे भी कई बारी SSP तक, कई बारी उच्चियां अहुदियां तक पहुँच जाते हैं, जज बन के आउंदे उन्हां अदालतां विच, जिन्हां अदालतां दे सामने कदी उन्हां दियां माँ बाप ने रेहड़ियां ला ला के सब्जियां वेचियां हुंदियां ने, परौंठे वेचे हुंदे ने, समोसियां की दुकान लाई हुंदी आ, कदी अंदाज़ा भी नहीं लगदे भी ये वो वेखदे आपां। बड़े बड़े खिडारी दरम्याने परिवारों च उठ के जदों वो मैडल जित के देश में आउंदे ने, तो पहली बार जदों अपने माँ बाप नूं प्लेन च बिठाउंदे ने, वो माण महसूस करते हैं। तो माँ बाप भी सोचते कभी असीं सुपना भी नहीं सी लिया कि असीं भी जहाज़ विच बवांगे। वेखदे आपां जो माण महसूस करते। ये कौन ने जिहड़े अपने आप नाल लड़ते हैं, जिन्हां दे लागे खलोण च अगला माण महसूस करता है। याद रखना, बंदा अपनी विचार नूं इन्ना उच्चा कर लै,
आम बंदे नाल PM कित्थों गल करेगा। अगला लभ के नंबर करदा भी ये कोई दरम्याना बंदा नहीं भाई। अगले ने अपने कद नूं इन्ना उच्चा कीता है, अपनी सोच नूं इन्ना उच्चा कीता है। गल तो इत्थे आण के निबड़दी है। इहो गल गुरु साहब सानूं समझाउंदे ने, अमीरी वड्डे घर च नहीं, अमीरी महंगे कपड़ियां च नहीं, अमीरी महंगियां कारां च नहीं, अमीरी तुहाडे किरदार च, अमीरी तुहाडे विहार च। जिन्हां दा आपां नाम लैने, आपां उन्हां दे पैसे करके नाम लैने, करैक्टर करके नाम लैने, किरदार करके नाम लैने। तो गुरु नानक साहब जी कहते जग जीवन दाता पाया, जगत नूं जीवन देने वाला दाता पा लिया। मेरी उहदे नाल हुण सांझ पै गई। बिन सतगुर महाराज किदां मिलदा किदां, कहंदे बिन सतगुर किनै ना पायो। बिना सतगुर तो जगत नूं जीवन देने वाले दाते की प्राप्ति नहीं हो सकती। गुरु चाहिए। तुसीं निक्के निक्के काम सीखने होण ते तां भी गुरु चाहिए। जे सोचो तो धी जिहड़ी है जो माँ कोलों कोई गुण सीखदी, आटा किदां गुनना, सब्जी किदां बनाउणी है, किसी कमीज का बटन टुट जाए तो लाउणा किदां है, कपड़ा किदां प्रैस करना है, ये निक्कियां निक्कियां गल्लां जो माँ धी नूं सिखाउंदी है। तो धी दी वो गुरु भी है, उस्ताद भी है, टीचर भी है, माँ भी है, सब कुछ है। जिहड़ा अपना कई बार आप अपने स्टाफ रखते हैं दुकानों पर, तुसीं वेखिया ना कई बार दुकानों पर काम कर करके वो साडे नालों भी कई बार अगे लंघ जाते हैं, क्योंकि उस गुण सीख लेंदे तुहाडे कोलों, गुर सीख लेंदे ने। जे संसार ते निक्के निक्के काम सीखण लई गुरु उस्ताद की लोड़ है। आपां जो भी किसी बंदे कोलों कोई गुर सीखते हैं, गुण सीखते हैं, उन्होंने आप कहने उस्ताद जी। आ जिहड़े लोग गड्डियां चलाउणियां सीखते हैं, ड्राइविंग सीखते आ, वो जिहदे कोल जांदे आ उन्होंने अपना गुरु धारण करते ही आ ना, भी तू मेरा गुरु है, तू मैनूं सिखाएगा, जिद्दां मैनूं कहेगा उद्दां मैं सीखी जावांगा। तो बंदा सीखदा किहदे कोल भला, जिन्हों वो काम मुकम्मल तौर पर आउंदा होवे। तुसीं अपने तुहाडे बच्चे का मैथ कमज़ोर है, तुसीं किहड़े टीचर को लैके जाओगे जिहदा मैथ स्ट्रोंग है, बहुत वधिया। तुहाडा बच्चा किसी सबजैक्ट विच बहुत वीक है, तुसीं लभोगे ना किहड़ा टीचर है जिहड़ा सबजैक्ट वधिया पढ़ा सकदा, तुसीं तां ही जांदे हो। पानी विच तरन दी जाच सिखनी होवे ते बंदा किहदे कोल जांदा, जिहनूं पानी विच तारियां लाउणियां होंदियां, जिहड़ा तर रिहा है। हुण बंदे दे मूँह च पानी पिया होवे, बंदा डुब रहा होवे, उहनूं जाके कहे जी मैनूं तरन दी जाच सिखा, वो कहेगा हद हो गई, वो भरावा मैं ते आप लभ रहा भी मैनूं कोई रस्सिया, कोई परना, कोई पग, कोई चीज़ फड़ाओ तो मैं पानी चों बाहर आवां, मैनूं तरन दी जाच नहीं, मैं ते आप डुब रहा। बाणी सतगुरु जी कहते जे तू तारू पाण, जे तू पानियां दा तारू बनना चाहना ताहूं पुछ तड़न कल जाके उन्हां नूं तरन दी कला पुछ ਜਿਹੜੇ पानी की हिक उत्ते तारियां ला रहे हैं। तो जिहड़ा पहलां ही डुब रहा होवे, डुबदे बंदे कोलों कोई तरन की जाच पुछो क्यों सासरे जी। तुसीं उस हॉस्पिटल मरीज लैके नहीं जाते जिहदा रिकॉर्ड ये होवे कि इत्थों बंदा जिंदा कोई वापस आया ही नहीं। आपां ते उन्हां हॉस्पिटलों च लैके जाने जित्थों दे पता होवे इत्थों इलाज वधिया है, वधिया इलाज है, इत्थों डॉक्टर साहब ठीक करके बंदे नूं तोरदे ने। तो पातशाह जी कहते ने जे तू संसार च जिंदगी जीवनी सीखनी है ना, उन्होंने उस्ताद धारण कर जिहड़ा जिंदगी जीवन च मुकम्मल है, जिन्होंने जिंदगी जीवन का तरीका बोलो जी आउंदा है, जिन्होंने जिंदगी जीवन का तरीका आउंदा है, जिहड़ा पुत्र कुर्बान करके भी जिंदगी जीवना सिखाउंदा है सानूं। इत्थे लोग पुत्र पालण लई भरावां नाल ठगियां मारदे ने, इत्थे पुत्रां दीयां लाशां दे लागियों दी लंघ के जान वाले, संसार तो अपना आप कुर्बान करने वाले, नारायण नरपत नमस्कार है, ऐसे गुरु को बल बल जाइए आप मुक्त, आप मुक्त है, मैनू तारन की समर्था रखता, आप तरना होंदा मैनू तारन की कला सिखा सकता है। गुरु को जिंदगी जीवन का तरीका है, पदार्थों का वध घट जाना ये जिंदगी जीवनी थोड़ा है। जे पदार्थ वध होने रब की रहमत है, तो दो दो नंबर दियां कमाइयां करने वालियां कोलों ते पदार्थ ज़्यादा ने। सगों आम बंदे कोल कई बार गड्डी एक होंदी है, दो दो नंबर दियां कमाइयां करने वालियां कोल जिन्ने जी करदे उन्नियां गड्डियां, फिर वो की कहणगे रब की साडे ते बड़ी कृपा। आम बंदे कोल एक घर हुंदा, ठगियां मारन वाले कोई इक्के शहर च 5-5 10-10 घर भी हुंदे ने, की कहणगे रब की ज़्यादा कृपा है। जे दुनियावी पदार्थों का वध होना ही कृपा है
तो फिर वो कह सकते साढ़े ते किरपा ज़्यादा है, साढ़े ते रहमत ज़्यादा है। ईमानदारी नाल भी सब कुछ बन सकता है, स्टैप बाय स्टैप चढ़िया जा सकता है। बड़े लोग ने जिन्होंने जिंदगी में पैसा भी कमाया पर नाल इज्जत भी कमाई, रिस्पैक्ट भी है लोगों के दिलों में उन्होंने की। वो कहते कोई बंदा जावे भाई खाली हथ नहीं जाता, हर एक दे दुख सुख विचों व्यक्ति वो नाल खलोंदा है। ये भी संसार से आप आम परिवारों बारे सुनते। हुण सतगुरु जी कहते बिन जे जगत नूं जीवन देने वाला दाता गुरु तो बिना नहीं मिलना, बिन सतगुरु किने ना पायो। बिना सतगुरु तो किसी ने भी जगत नूं जीवन देने वाले दाते की प्राप्ति नहीं की। बिन सतगुर किने ना पायो, बिन सतगुर किने ना पाया। ना ही तुसी प्राप्त कर सकते हो तो ना अज तक किसी ने प्राप्त किया है। बिन सतगुर किने ना पायो, जिवें आप किसी को कहने ना तेनू फलानी दुकान तो समान ही मिलेगा, तो नाले भी कहने तेनू उस दुकान तो बिना होर किते समान मिलना भी नहीं। आप किसी बंदे को कई बार भेजते हैं ना, आप कहने आ चीज़ कितों मिलू, आप कहने आ समान तेनू फलानी दुकान तो मिल जू, तो नाले भी कहने तेनू उस दुकान तो बिना होर किते समान मिलना ही नहीं। बिन सतगुर किने ना पायो, अज तक किसी ने बिना सतगुर तो जगत नूं जीवन देने वाले दाते की प्राप्ति नहीं की। बिन सतगुर किने ना पाया, ना अज तक किसी ने ये प्राप्ति की है। पूछया क्यों? कहते सतगुर विच आप रखियो, क्योंकि सतगुर दे विच अपने आप नूं परमेश्वर ने टिकाया होया, अपने आप नूं उहदे विच टिकाया होया रखिया। सतगुर विच आप रखियो कर प्रगट आख सुनाया। ये गल प्रगट इदा जग जाहिर की, इन्हें लुकोया थोड़ा भी, लुको के रखिया हो भी किसी को पता ना लग जाए। ये गल डंके की चोट ते कही आ कि सतगुर विच आप रखियो कर प्रगट आख सुनाया। ये गल प्रगट कर दी, जग जाहिर कर दी कि दुनिया के लोगों ध्यान ना सुन लो, गुरु तो बिना जगत नूं जीवन देने वाले दाते की प्राप्ति नहीं हो सकती। एक बार सारे कहो गज के धन श्री गुरु, सारे गज के बोलो धन श्री गुरु। भूले मार्ग जिन्हें बताया, भूले मार्ग जिन्हें बताया, ऐसा गुरवड भागी पाया, 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 ऐसा गुरवड भागी पाया। सिमर मना राम नाम चितारे, सिमर मना राम नाम चितारे, सिमर मना राम नाम चितारे, सिमर मना राम नाम चितारे। बस रहे हृदय गुर चरण प्यारे, बस रहे हृदय गुर चरण प्यारे, भूले मार्ग जिन्हें बताया, भूले मार्ग जिन्हें बताया, भूले मार्ग जिन्हें बताया, भूले मार्ग जिन्हें बताया। ऐसा गुरवड भागी पाया, ऐसा गुरवड भागी पाया, ऐसा गुरवड भागी पाया, ऐसा गुरवड भागी पाया। बलिहारी गुर आपने, बलिहारी गुर आपने, देवहाड़ी सदवार, देवहाड़ी सदवार, जिन मानस ते देवते किए, जिन मानस ते देवते किए, करत न लागी वार,
करत न लागी वार। बिन सतगुर किने ना पायो, बिन सतगुर किने ना पाया। सतगुर विच आप रखियो। सतगुर दे विच अपने आप नूं उस परमेश्वर ने रखिया होया है ते कर प्रगट आख सुनाया। इस गल नूं प्रगट तौर ते जगत विच टणका के आखिया कि भाई गुरु परमेश्वर एक है। सतगुर मिले सदा मुक्त है। ਜਦੋਂ सतगुर नूं मिलांगे सदा ही मुक्त हो जाना। आपां किहदे तो मुक्त कितों होना है जी? इतों काम क्रोध लोभ मोह मन लीना। मन इन्हां च लीन होया पिया ना। बंधन काट मुक्त गुर कीना। गुरु ने ये बंधन कट दिते ते मुक्त कर दिता। ते जिन्ने भी संसार दे लोग अज तक दुखी होए ने इन्हां पंजां विचों ही कोई ना कोई एक अध कारण हुंदा है। छेवां ते कारण ही कोई नहीं हैगा। तुसीं अपने इर्द गिर्द ध्यान मारो, किसी घर की लड़ाई है, किसी पिंड शहर की लड़ाई है, इन्हां पंजां तो बिना कोई छेवां कारण है? ये पांच ही कारण ने, ये पांच ही बंधन ने। इन्हां तो मुक्त होना ही गुरु साहब सानू सिखाउंदे ने। जदों तू इन्हां तो मुक्त हो गया, इहो ही तो मुक्ति है। तो यह मुक्ति जिउंदे जी लैनी है। जिउंदे जी इन्हां बंधनां तो मुक्त होना है। तो जदों रब्बी मिलाप हासिल होवे ना, फिर इदां मुक्त होईदा है। गगन नगर एक बूंद ना बरखै। हुण आड़ा गगन है ना, आड़ा गगन अई चुण एक भी माड़ी विचार नहीं आ रही। जिवें सब तो उच्चा गगन है, साडे शरीर च सब तो उच्चा साडा दिमाग है। इहनूं बाणी च गगन आख्या। इस नूं आख्या सी गगन दमामा बाजियो परे निशाना घाओ। तुसीं कोई भी काम करदे हो पहलां तुहाडे इत्थे दमामा वजदा। तुसीं किसे नूं चंगा कहना पहलां इत्थे ख्याल आउंदा, माड़ा कहना इत्थे ख्याल आउंदा। तुसीं गुरुद्वारे आए जे तुहाडे इत्थे ख्याल आया, इत्थे आया तां ही आए जे। जे कोई बच्चा डॉक्टर बनदा, इंजीनियर बनदा, ਉਹਦੇ दिमाग 'ਚ ਇੱਥੇ ख्याल आउंदा है। जे किसी ने चंगा इंसान भी बनना है, वो भी अपने अंदर इत्थे दमामा मारदा, अंदर सोच कि मैं हुण काम करके हटना जो मर्जी हो जाए। ये हुण सोच साडी है, असीं चंगे बनना कि माड़े बनना। इस नूं भगत कबीर जी कहंदे गगन नगर एक बूंद ना बरखै। हुण इस गगन नगर 'च एक भी माड़ी सोच नहीं आ रही। हुण नाद कहाँ जो समाना। बड़ा अंदर नाद वजदा सी। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ने अंदर रौला पाया सी, वो नाद हुण पता नहीं कित्थे चला गया। पार ब्रह्म परमेश्वर माधो परम हंसले सिधाना। बड़ा पार ब्रह्म परमेश्वर माधो सी ना, उन्हें अंदर दे ख्याल ही बदल दिते। बाबा बोलते ते कहाँ गए देही के संग रहते। बाबा वो जिहड़े पहलां बोलते सी, बोल बुलारा करते सी, काम क्रोध लोभ हंकार, वो कित्थे चले गए? देही के संग रहते। सुरत माहे जो नृत नाच करते सी सुरत विच। कथा वार्ता कहते, जिहड़े अंदर कथा वार्ता चलती सी, वो कित्थे चले गए? बाबा बोलते थे। ये शब्द साडे आम समाज विच कदों पढ़िया जांदा भला? जो चढ़ाई किया हो ना, मान लो पापा जी की डैथ हुई, बीबी जी की डैथ हुई, तो अपने रागी सिंह शब्द पढ़ते ना, साढ़े दिमाग 'च एकदम आई जाता बाबा बोलते ते कहाँ गए, कल पापा जी बोलते सी, कल बीबी जी साडे नाल गल्लां करते सी, अज पता नहीं कित्थे चले गए। ये शब्द मरण तो बाद पढ़न वाले नहीं, ये रब्बी मिलाप वाले शब्द वा कि बाबा हे भाई वो बोलन वाले बुलारे काम करो लोभ मोह हंकार पता नहीं हुण कित्थे चले गए। हुण अंदर शांति शांति आ, टकाई टकावा, बोल बुलारा है ही नहीं अंदर। बाबा बोलते ते कहाँ। हुण इन्हां शब्दां दे असीं अर्थ नहीं विचारे पढ़े नहीं। जदों साडे कोल पढ़दे आ बाबा बोलते ते कहाँ गए देही के संग रहते, ते साडे दिमाग 'च इह आउंदा भी जिहड़ा बंदा कल बोलदा सी अज पता नहीं कित्थे चला गया।
ਉਹਦਾ ਆਪੇ ਹੀ ਸੰਸਕਾਰ ਕਰ ਆਏ, ਆਪੇ ਹੀ ਉਹਦੀ ਸਾਰੀ ਕਿਰਿਆ ਕਰਮ ਕੀਤਾ। ਹੁਣ ਪਤਾ ਨਹੀਂ ਕਿੱਥੇ ਚਲਾ ਗਿਆ। ਭਾਈ ਸ਼ਬਦ ਗੁਰਬਾਣੀ ਦਾ ਇੱਕ ਇੱਕ ਜਿਉਂਦੇ ਜੀ ਮਨੁੱਖ ਲਈ ਹੈ, ਜਿਉਂਦੇ ਜੀ ਮਨੁੱਖ ਲਈ। ਤੁਸੀਂ ਸਾਧ ਸੰਗਤ ਜੀ ਕਿਸੇ ਪੈਟਰੋਲ ਪੰਪ ਤੇ ਜਾਂਦੇ ਹੋ, ਜੇ ਪੈਸੇ ਹੋਣ ਦਿੱਤੇ ਨੇ ਤੇ ਉਹ ਕਦੀ ਇਹ ਕਹਿੰਦਾ ਵੀ ਤੇਲ ਅਗਲੇ ਜਨਮ 'ਚ ਲੈ ਲਈ? ਕਿਉਂ ਸਾਧ ਸੰਗਤ? ਤੁਸੀਂ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾਂਦੇ ਹੋ, ਉਹ ਕਵੇ ਕਿ ਪੈਸੇ ਹੋਣ ਦੇ ਜਾ ਤੇ ਕੱਪੜਾ ਅਗਲੇ ਜਨਮ 'ਚ ਲੈ ਲਈ? ਬੋਲੋ ਸਾਧ ਸੰਗਤ ਜੀ। ਤੁਸੀਂ ਕਿਸੇ ਗਰੋਸਰੀ ਸਟੋਰ ਵਾਲੇ ਕੋਲ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਕਦੀ ਇੱਦਾਂ ਆਇਆ ਉਹ ਕਵੇ ਕਿ ਪੇਮੈਂਟ ਹੁਣ ਕਰ ਜਾ ਤੇ ਸਮਾਨ? ਪਰ ਬਾਣੀ ਪਾਠ ਨਾਲ ਕੀ ਜੋੜਿਆ? ਭਾਈ ਬਾਣੀ ਪੜ੍ਹ ਲਓ, ਤੁਹਾਨੂੰ ਅੱਗੇ ਮੁਕਤੀ ਮਿਲੂ, ਅੱਗੇ ਸਵਰਗ ਮਿਲੂ। ਧਰਮ ਦੀ ਕੈਸੀ ਵਿਆਖਿਆ ਕੀਤੀ ਗਈ? ਇਹ ਕਿਸੇ ਨੇ ਨਹੀਂ ਆਖਿਆ ਕਿ ਜੇ ਮੈਂ ਇੱਥੇ ਪੜ੍ਹੂੰ। ਤੁਸੀਂ ਬੱਚੇ ਨੂੰ ਕਹੋ ਪੁੱਤ ਪੜ੍ਹ ਲਿਖ ਜਾ, ਕਿਉਂ? ਤੂੰ ਅਗਲੇ ਜਨਮ 'ਚ ਡਾਕਟਰ ਬਣੇਗਾ। ਪੁੱਤ ਪੜ੍ਹ ਲਿਖ ਜਾ, ਤੂੰ ਅੱਗੇ ਵਕੀਲ ਬਣੇਗਾ। ਤੂੰ ਪੁੱਤ ਪੜ੍ਹ ਲਿਖ ਜਾ, ਅਗਲੇ ਜਨਮ 'ਚ ਜੱਜ ਬਣੇਗਾ। ਦੱਸੋ ਦੁਨਿਆਵੀ ਕਿਸੇ ਵੀ ਕਾਰੋਬਾਰ 'ਚ ਇਹ ਐਗਜ਼ਾਮਪਲ ਦਿੱਤੀ ਜਾਂਦੀ ਹੈ? ਬੋਲ ਕੇ ਦੱਸਿਓ ਜੀ। ਪਰ ਧਰਮ ਦੇ ਨਾਂ 'ਤੇ ਕੀ ਦਿੱਤੀ ਜਾਂਦੀ ਹੈ? ਇੱਥੇ ਦਾਨ ਪੁੰਨ ਕਰ ਲਓ, ਤੁਹਾਨੂੰ ਅੱਗੇ, ਉੱਚੀ ਬੋਲੋ ਪਿਆਰਿਓ, ਇਹ ਮੈਂ ਅੱਗੇ ਸਵਰਗ ਕੀ ਕਰਨਾ? ਮੈਂ ਅਗਲੇ ਸਵਰਗ ਤੋਂ ਕੀ ਲੈਣਾ ਜੀ? ਇੱਥੇ ਤਾਂ ਨਰਕ ਭੋਗਣ ਡਿਆ ਮੈਂ। ਕਦੀ ਦਿਮਾਗ 'ਚ ਆਇਆ ਵੀ ਇੱਥੇ ਤਾਂ ਮੈਂ ਨਰਕ ਭੋਗ ਰਿਹਾ, ਇੱਥੇ ਮਾਂ ਨਾਲ ਨਹੀਂ ਬਣਦੀ, ਇੱਥੇ ਘਰ ਵਾਲੀ ਨਾਲ ਨਹੀਂ ਬਣਦੀ, ਇੱਥੇ ਘਰ ਵਾਲੇ ਨਾਲ ਨਹੀਂ ਬਣਦੀ? ਲੱਗਦਾ ਨਹੀਂ ਇਹੋ ਜਿਹੀ ਪੁੱਠੀ ਵਿਆਖਿਆ ਨਹੀਂ ਸਮਾਜ ਵਿੱਚ ਐਡਾ ਵੱਡਾ ਗੈਪ ਪਾਤਾ। ਇੱਕ ਬੰਦਾ ਗਰੀਬ ਹੈ, ਮਾਤੜ ਹੈ, ਉਹ ਵੀ ਇੱਕ ਤਗੜੇ ਧਾਰਮਿਕ ਬੰਦੇ ਗਾੜੀ ਫੇਰ ਹੱਥ ਜੋੜ ਕੇ ਖਲੋਤਾ ਹੋਇਆ, ਇੱਦਾਂ ਇੱਦਾਂ ਹੱਥ ਜੋੜ ਕੇ ਖਲੋਤਾ ਹੋਇਆ, ਇੱਦਾਂ। ਕਮਾਲ ਦੀ ਗੱਲ, ਮਕੈਨਿਕ ਗੱਡੀਆਂ ਦੀ ਰਿਪੇਅਰ ਕਰਨ ਵਾਲਾ, ਗੱਡੀਆਂ ਠੀਕ ਕਰਨ ਵਾਲਾ। ਇੱਦਾਂ ਦੀ ਕਥਾ ਵੀ ਗੁਰਦੁਆਰਿਆਂ 'ਚ ਪਹਿਲਾਂ ਬਾਬੇ ਕਰਦੇ ਰਹੇ, ਫਲਾਣੇ ਬਾਬਾ ਜੀ ਗੱਡੀ ਲੈ ਕੇ ਗਏ। ਨਾਲੇ ਇੱਦਾਂ ਦੀ ਕਥਾ ਕਰਨੀ ਵੀ ਸੌਖੀ ਤੇ ਸੁਣਨੀ ਵੀ ਸੌਖੀ। ਬਾਬਾ ਜੀ ਗੱਡੀ ਲੈ ਕੇ ਜਾ ਰਹੇ ਸੀ, ਰਸਤੇ 'ਚ ਬਾਬਾ ਜੀ ਗੱਡੀ ਬੰਦ ਹੋ ਗਈ। ਡਰਾਈਵਰ ਨੂੰ ਪੁੱਛਿਆ ਕੀ ਗੱਲ ਹੈ? ਕਹਿੰਦੇ ਬਾਬਾ ਜੀ ਗੱਡੀ ਦਾ ਤੇਲ ਮੁੱਕ ਗਿਆ। ਅੱਛਾ ਫਿਰ? ਕਹਿੰਦੇ ਬਾਬਾ ਜੀ ਨੇ ਉਸੇ ਵੇਲੇ ਕਿਹਾ ਲਾਗੇ ਇੱਥੇ ਪਾਣੀ ਵੇਖ ਕਿਤੇ ਹੈਗੀ ਆ, ਪਾਣੀ ਦੀ ਕੈਨੀ ਲਿਆ ਕੇ ਟੈਂਕੀ 'ਚ ਪਾਈ, ਡਰਾਈਵਰ ਨੇ ਸਰਫ ਮਾਰਿਆ, ਗੱਡੀ ਪਾਣੀ ਤੇ ਬਾਬਾ ਜੀ ਨੇ ਚਲਾ ਦਿੱਤੀ। ਅੱਛਾ ਵਿੱਚੇ ਮਕੈਨਿਕ ਬੈਠਾ, ਵਿੱਚੇ ਜਿਹੜਾ ਇੰਜੀਨੀਅਰ ਹੈ ਨਾ, ਜਿਹਨੇ ਸਟੱਡੀ ਇੰਜਣ ਤੇ ਕੀਤੀ ਹੈ, ਉਹ ਵੀ ਸਤਨਾਮ ਵਿੱਚੇ ਬੈਠਾ ਕਰੀ। ਤੂੰ ਹੀ ਗੁੱਟੋਂ ਫੜ ਕੇ ਪੁੱਛ ਲਾ ਵੀ ਪੈਟਰੋਲ ਵਾਲੀ ਗੱਡੀ ਤੇ ਡੀਜ਼ਲ ਤੇ ਨਹੀਂ ਚੱਲਦੀ? ਕਿਉਂ ਸਾਧ ਸੰਗਤ ਜੀ? ਜੇ ਪੈਟਰੋਲ ਵਾਲੀ ਗੱਡੀ ਦੇ ਭੁਲੇਖੇ ਨਾਲ ਡੀਜ਼ਲ ਪੈ ਜਾਏ ਕੀ ਕਰੀਦਾ ਭਲਾ? ਉਹ ਬੋਲੋ ਸਾਧ ਸੰਗਤ ਜੀ, ਇਹ ਕਿਹੜਾ ਸ਼ਬਦ ਹੈ? ਇਹਦਾ ਜਵਾਬ ਦੇ ਦਿਓ। ਜੇ ਡੀਜ਼ਲ ਵਾਲੀ ਗੱਡੀ ਦੇ ਵਿੱਚ ਪੈਟਰੋਲ ਪੈ ਜਾਏ ਤਾਂ ਕੀ ਕਰੀਦਾ ਭਲਾ? ਟੈਂਕੀ ਸਾਫ਼ ਕਰੀਦੀ ਹੈ, ਜਦੋਂ ਉਦੋਂ ਤੱਕ ਸਲਫ ਨਹੀਂ ਮਾਰੀਦਾ। ਜੇ ਭੁਲੇਖੇ ਨਾ ਪੈ ਜਾਏ ਤੇ ਅਜੇ ਦੋਵੇਂ ਤੇਲ ਹੀ ਆ ਨਾ। ਜੇ ਟੈਂਕੀ 'ਚ ਪਾਣੀ ਪੈ ਜਾਏ। ਪਰ ਬਾਬਿਆਂ ਮਹਾਂਪੁਰਖਾਂ ਨੇ ਪਾਣੀ ਤੇ ਵੀ ਗੱਡੀਆਂ ਚਲਾਈਆਂ। ਅੱਛਾ ਇਹ ਕਥਾ ਚੰਗੀ ਪਤਾ ਕਿਉਂ ਲੱਗਦੀ ਆ? ਵੀ ਕਿਤੇ ਬਾਬਾ ਇੱਦਾਂ ਕਿਰਪਾ ਕਰਦੇ ਸਾਡੀਆਂ ਵੀ ਗੱਡੀਆਂ ਪਾਣੀ ਤੇ ਚੱਲ ਪੈਣ, ਕਿਉਂਕਿ ਤੇਲ ਸੁੱਖਣਾ ਮਹਿੰਗਾ ਬੜਾ ਹੁੰਦਾ ਜਾਂਦਾ। ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਧੀ ਤਤਕਾਲ ਮਰ ਜਾਏ। ਗੱਲਾਂ ਤੇ ਯਕੀਨ ਨਹੀਂ। ਯਾਰ ਨੂੰ ਨਹੀਂ ਪਤਾ ਕਿ ਤੂੰ ਕਿੰਨੇ ਪਾਠ ਕਰਦਾ, ਯਾਰ ਨੂੰ ਨਹੀਂ ਪਤਾ ਕਿ ਤੂੰ ਸਵੇਰੇ ਉੱਠ ਕੇ ਰੱਬ ਨੂੰ 4 ਗਾਲਾਂ ਕੱਢਦਾ। ਯਾਰ ਕਹਿੰਦਾ ਜਦੋਂ ਮੈਂ ਅੰਦਰ ਗਿਆ ਮੈਂ ਆਪਣਾ ਫਰਜ਼ ਨਿਭਾਉਣਾ ਹੈ। ਅੱਗ ਕਹਿੰਦੀ ਹੈ ਮੈਂ ਨਹੀਂ ਵੇਖਣਾ ਮੇਰੇ ਉੱਤੇ ਬਹਿਣ ਵਾਲਾ ਧਰਮੀ ਹੈ ਕਿ ਧਰਮੀ ਹੈ, ਮੇਰਾ ਕੰਮ ਸਾੜਨਾ ਹੈ। ਜੇ ਮੈਂ ਆਪਣਾ ਫਰਜ਼ ਛੱਡ ਦਿੱਤਾ ਮੈਂ ਅੱਗ ਕਾਹਦੀ ਰਹਿ ਗਈ? ਅੱਗ ਬਲਦੀ ਹੈ ਤਤੀ ਤਵੀ ਤੇ। ਗੁਰੂ ਅਰਜਨ ਸਾਹਿਬ ਬੈਠੇ ਨੇ, ਸਾਡੀਆਂ ਲੋਹਾਂ ਵੀ ਠੰਡੀਆਂ ਕਰਾਸ਼ੇ ਨਾ ਭਾਈ। ਗੁਰੂ ਸਾਹਿਬਾ ਡੋਲ ਆਪਣੇ ਬੈਠੇ, ਸਰੀਰ ਭੁੱਜਿਆ, ਛਾਲੇ ਪੈ ਸੀਸ ਤੇ ਤੱਤੇ ਦਿੱਤੇ ਪਏ ਨੇ। ਇੱਕ ਕਰਾਮਾਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵਿਖਾ ਦਿਓ। ਉਹ ਤੇ ਲਾਸ਼ਾਂ ਦੇ ਲਾਗੋਂ ਦੀ ਲੰਘ ਹੈ। ਜਿੱਥੇ ਵਿਖਾਉਣੀ ਚਾਹੀਦੀ ਸੀ ਕਰਾਮਾਤ, ਉੱਥੇ ਨਾ ਵਿਖਾਈ। ਸਾਡੇ ਇੱਥੇ ਕਰਾਮਾਤ ਥਾਂ ਥਾਂ ਤੇ ਫੈਲੀਆਂ ਹੋਈਆਂ ਨੇ। ਉੱਥੇ ਫਲਾਣਾ ਆ ਹੋ ਗਿਆ ਜੀ, ਉੱਥੇ ਇੱਥੇ ਇੱਦਾਂ ਦੇ ਵੈਦ ਵੀ ਪੈਦਾ ਹੋ ਗਏ। ਫਲਾਣੇ ਥਾਂ ਤੇ ਪੱਥਰੀ ਹੈ, ਬਾਬਾ ਢਿੱਡ ਤੇ ਹੱਥ ਫੇਰ ਕੇ ਪੱਥਰੀ ਕੱਢ ਦਿੰਦਾ। ਬੜੇ ਬੜੇ ਡਾਕਟਰ ਫੇਲ ਕਰ ਛੱਡੇ। ਫਲਾਣੇ ਨੂੰ ਸ਼ੂਗਰ ਸੀ, ਫਲਾਣੇ ਨੂੰ ਬਲੱਡ ਕੈਂਸਰ ਸੀ, ਬਾਬੇ ਨੇ ਇੱਦਾਂ ਹੱਥ ਫੇਰ ਕੇ ਉਹਦੀ ਕੈਂਸਰ ਠੀਕ ਕਰਤੀ। ਆਪ ਬਾਬਾ ਮੁੜ ਕੇ ਮਰਦਾ ਹੀ ਕੈਂਸਰ ਨਾਲ, ਕਿ ਆਪਣਾ ਹੱਥ ਢਿੱਡ ਤੇ ਜਾਂਦਾ ਨਹੀਂ ਸੀ। ਉਹ ਬੋਲੋ ਭਾਈ,
ਡਾਕਟਰਾਂ ਦੀ ਤਾਂ ਲੋੜ ਹੀ ਹੈ ਨਹੀਂ ਸੰਸਾਰ ਤੇ ਫਿਰ। ਅੱਛਾ ਤੁਸੀਂ ਦੇਖੋ ਬੜੇ ਬੜੇ ਢੋਂਗੀ ਬਾਬਿਆਂ ਨੇ ਮੁੜ ਕੇ ਆਪਣੇ ਹੌਸਪੀਟਲ ਬਣਾਏ ਹੁੰਦੇ ਨੇ। ਹੁਣ ਤੁਸੀਂ ਲੋਕਾਂ ਨੂੰ ਕਿਉਂ ਦੱਸਦੇ ਹੋ ਤੁਸੀਂ ਇੱਦਾਂ ਕਰਾਮਾਤਾਂ ਨਾਲ ਠੀਕ ਕਰੋ? ਹੁਣ ਮੈਂ ਇੱਕ ਮਜ਼ਹਬ ਦੀ ਗੱਲ ਨਹੀਂ ਕਰਦਾ, ਮੈਂ ਕਾਮਨ ਗੱਲ ਕਰ ਰਿਹਾ। ਹਰ ਮਜ਼ਹਬ 'ਚ ਪਖੰਡ ਹੈ। ਇੱਥੇ ਸ਼ਕਤੀਆਂ, ਕਰਾਮਾਤੀ, ਗੈਬੀ ਸ਼ਕਤੀਆਂ, ਉਹ ਲੈ ਜਾਓ ਬਾਰਡਰਾਂ 'ਤੇ ਸਾਰੇ ਇਕੱਠੇ ਕਰਕੇ। ਚੌਥੇ ਦਿਨ ਕਿਸੇ ਮਾਂ ਦਾ ਪੁੱਤ ਤੋਂ ਲਾਸ਼ ਬਣ ਕੇ ਆਉਂਦਾ, ਨਹੀਂ ਆਉਂਦਾ ਜੀ? ਉਹ ਬੋਲੋ ਭਾਈ, ਆਉਂਦਾ ਕਿ ਨਹੀਂ ਆਉਂਦਾ? ਕਦੀ ਪੰਜਾਬ ਦਾ ਆ ਗਿਆ, ਕਦੀ ਯੂਪੀ ਦਾ ਆ ਗਿਆ, ਕਦੀ ਉੱਤਰਾਖੰਡ ਦਾ ਆ ਗਿਆ, ਕਦੀ MP ਦਾ ਆ ਗਿਆ, ਕਦੀ ਛੱਤੀਸਗੜ੍ਹ ਦਾ ਆ ਗਿਆ। ਆਉਂਦੇ ਆ ਨਾ। ਜਿਹੜਾ ਵੀ ਤੰਤਰ ਕਹਿੰਦਾ ਮੇਰੇ 'ਚ ਸ਼ਕਤੀ ਹੈ, ਮੇਰੇ 'ਚ ਕਲਾਮਾਤ ਹੈ, ਉਹਨਾਂ ਕੋਲ ਬਾਬਾ ਜੀ ਕੋਠੀ ਟੌਪ ਦੀ ਪਾ ਦੇਣੇ ਬਾਰਡਰ 'ਤੇ। ਸਰਕਾਰਾਂ ਬਿਠਾ ਦੇਣ ਵੀ ਮੰਤਰ ਸਾਰੇ ਪੜ੍ਹੋ, ਸਾਰੇ ਲੈ ਆਓ ਉੱਥੋਂ, ਜਿੰਨੇ ਲੇਹ ਲਦਾਖ, ਜਿੰਨੇ ਉੱਤੇ ਕਾਰਗਲ ਉੱਤੇ ਚੜ੍ਹੇ ਸਾਡੇ ਵੀਰ, ਲੈ ਆਓ ਥੱਲੇ। ਖਾਣਾ ਪਹੁੰਚਾਓ, ਚੰਗਾ ਚੰਗਾ ਸਰਕਾਰਾਂ ਪਹੁੰਚਾਉਣ ਉਹਨਾਂ ਤੱਕ, ਸਹੂਲਤਾਂ ਪੂਰੀਆਂ ਦੇਣ ਉੱਤੇ ਵੀ ਤੁਸੀਂ ਸਾਰੇ ਮੰਤਰ ਪਰਾਂ ਨੂੰ ਸੁੱਟਣੇ ਨੇ ਤਾਂ ਕਿ ਕਿਸੇ ਮਾਂ ਦਾ ਪੁੱਤ। ਜਿੱਦਣ ਐਮਨਾਬਾਦ ਦੀ ਧਰਤੀ ਤੇ ਬਾਬਰ ਨੇ ਹਮਲਾ ਕਰਨਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਪੈਗਾਮ ਸੀ, ਉਹ ਐਮਨਾਬਾਦ ਦੇ ਲੋਕੋ ਕੋਈ ਹਥਿਆਰ ਚਲਾਉਣਾ ਸਿੱਖ ਲਓ, ਮਾੜੀ ਮੋਟੀ ਟ੍ਰੇਨਿੰਗ ਕਰ ਲਓ, ਅਗਲਾ ਤਿਆਰੀ ਕਰਕੇ ਆ ਰਿਹਾ ਹੈ। ਤੇ ਉਹਦਾ ਅੱਗੇ ਜਵਾਬ ਪਤਾ ਕੀ ਸੀ? ਆ ਇੰਨੇ ਪੀਰ ਫਕੀਰ ਔਲੀਏ ਮੰਤਰ ਤੰਤਰ ਪੜ੍ਹਨ ਵਾਲੇ ਬਿਠਾਏ ਹੋਏ ਨੇ, ਇਹਨਾਂ ਮੰਤਰ ਪੜ੍ਹਨਾ ਤੇ ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦੇਣੀਆਂ। ਤੋਪ ਨਹੀਂ ਚੱਲੂਗੀ, ਕੋਈ ਗੋਲਾ ਨਹੀਂ ਚੱਲੂਗਾ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਜਦੋਂ ਮੀਰ ਧਾਇਆ ਸੁਣਿਆ ਤੇ ਬੜੇ ਪੀਰ ਫਕੀਰ ਇਕੱਠੇ ਕੀਤੇ, ਪਰ ਕੋਈ ਮੁਗਲ ਨਾ ਹੋਆ ਅੰਧਾ। ਕਿਸੇ ਦੇ ਮੰਤਰ ਨਾਲ ਕੋਈ ਮੁਗਲ ਅੰਧਾ ਨਹੀਂ ਸੀ ਹੋਇਆ, ਕਿੰਨੇ ਨਾ ਪਰਚਾ ਲਾਇਆ। ਤੇ ਅਸੀਂ ਕਿੱਥੇ ਬੈਠੇ ਹਾਂ ਜੀ? ਸਾਡੇ ਕਰਾਮਾਤਾਂ ਦੇ ਨਾਲ ਲੋਕ ਤੁਰੇ ਫਿਰਦੇ। ਕਿਆ ਤਮਾਸ਼ਾ ਬਣ ਗਿਆ ਜੀ। ਕਿਹੜੀ ਦੁਨੀਆ 'ਚ ਰਹਿ ਰਹੇ ਹਾਂ ਅਸੀਂ? ਪ੍ਰੈਕਟੀਕਲ ਜੀਵਨ ਵਾਲੇ ਬੱਚੇ ਨੇ। ਤੁਸੀਂ ਮੰਨੀ ਜਾਇਓ, ਆ ਬੱਚਿਆਂ ਨਹੀਂ ਮੰਨਣਾ, ਧੀਆਂ ਪੁੱਤਾਂ ਜਿਹੜੇ ਪੜ੍ਹੇ ਲਿਖੇ ਇਹਨਾਂ ਨਹੀਂ ਮੰਨਣਾ। ਨਾ 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 ਨਾ, ਉਹਨਾਂ ਕਹਿੰਦਾ ਸਾਨੂੰ ਉਹ ਦੱਸੋ ਜਿਹੜੀ ਗੱਲ ਲੌਜਿਕ ਨਾਲ ਹੈ, ਜਿਹੜੀ ਗੱਲ ਫਿੱਟ ਬੈਠਦੀ ਹੈ, ਜਿਹੜੀ ਗੱਲ ਸਹੀ ਹੈ, ਉਹ ਦੱਸੋ। ਗੁਰੂ ਸਾਹਿਬ ਜੀ ਨੇ ਵਿਚਾਰ ਦਿੱਤੀ, ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਸਾਨੂੰ, ਕਿੱਦਾਂ ਜ਼ਿੰਦਗੀ ਜਿਉਣੀ ਹੈ, ਕਿੱਦਾਂ ਸਮਾਜ ਵਿੱਚ ਰਹਿਣਾ। ਤਾਂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਦੋਂ ਮੈਂ ਗੁਰੂ ਨਾਲ ਮਿਲਾਂਗਾ, ਕੌਣ ਮਿਲੂ? ਤਨ ਕੇ ਮਨ, ਮੇਰਾ ਮਨ। ਜਿਵੇਂ ਹੁਣ ਤੁਸੀਂ ਗੁਰਦੁਆਰੇ ਤਨ ਲੈ ਆਏ ਜੇ, ਨਾਲ ਮਨ ਵੀ ਲੈ ਕੇ ਆਉਣਾ। ਬੱਚਾ ਸਕੂਲੇ ਤਨ ਲੈ ਕੇ ਜਾਂਦਾ, ਜੇ ਮਨ ਨਾਲ ਲੈ ਕੇ ਨਾ ਜਾਏ ਉਹ ਕਦੀ ਪੜ੍ਹ ਨਹੀਂ ਸਕਦਾ। ਗਿਆ ਸਕੂਲ ਹੋਵੇ ਤੇ ਮਨ ਉਹਦਾ ਘਰ ਹੋਵੇ। ਕਈ ਵਾਰੀ ਹੁੰਦਾ ਨਾ, ਸਾਰੇ ਪਰਿਵਾਰ ਨੇ ਵਿਆਹ ਜਾਣਾ ਹੋਵੇ ਤੇ ਉਦੋਂ ਹੀ ਉਹਦਾ ਸਕੂਲੇ ਜਾਣਾ ਜ਼ਰੂਰੀ ਹੋਵੇ, ਐਗਜ਼ਾਮ ਹੋਵੇ ਜਾਂ ਉਹਦੀ ਕਲਾਸ ਜ਼ਰੂਰੀ ਹੋਵੇ, ਤੇ ਉਦੋਂ ਹੀ ਰਿਸ਼ਤੇਦਾਰ ਵਿਆਹ ਰੱਖ ਲੈਣ। ਤੇ ਉਹ ਕੀ ਆਂਦਾ ਭਲਾ? ਉਹ ਕਹਿੰਦਾ ਮੈਂ ਵਿਆਹ, ਬੋਲੋ ਸਾਰੇ, ਜ਼ਰੂਰ ਜਾਣਾ, ਮੈਂ ਵਿਆਹ ਜਾਣਾ, ਮੈਂ ਨਹੀਂ ਸਕੂਲੇ ਜਾਣਾ। ਉਹਨੂੰ ਆਪਾਂ ਕੀ ਕਹਿੰਦੇ? ਨਹੀਂ ਪੁੱਤਰ ਤੂੰ ਜਾ, ਇਹ ਤੇਰਾ ਐਗਜ਼ਾਮ ਹੈ, ਤੇਰਾ ਜਾਣਾ ਸਕੂਲੇ ਜ਼ਰੂਰੀ ਹੈ। ਅੱਛਾ, ਬੱਚਾ ਸਕੂਲੇ ਚਲਾ ਗਿਆ, ਬੈਠਾ ਸਕੂਲ ਦੇ ਵਿੱਚ ਹੈ, ਤੇ ਧਿਆਨ ਕਿੱਥੇ? ਬੋਲ ਕੇ ਦੱਸਿਓ ਹੁਣ। ਪਤਾ ਮਨ 'ਚ ਕੀ ਆ ਰਿਹਾ ਉਹਦੇ? ਉੱਥੇ ਟਿੱਕੀਆਂ ਖਾ ਰਹੇ ਹੋਣੇ ਆ, ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਹੋਣੇ ਆ। ਦੀਦੀ ਨੂੰ ਘੱਲਿਆ ਨਹੀਂ, ਮੈਨੂੰ ਘੱਲਤਾ, ਪੂਰਾ ਗੁੱਸੇ 'ਚ ਆ। ਹੁਣ ਇਹ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ। ਕਈ ਬੱਚੇ ਇੱਦਾਂ ਦੇ ਵੀ ਹੁੰਦੇ ਆ, ਉੱਥੇ ਐਤਵਾਰ ਵੀ ਜਾਣਾ ਪਸੰਦ ਕਰਦੇ ਆ, ਫਿਰ ਤਰੱਕੀ ਵੀ ਉਹੀ ਕਰਦੇ ਆ। ਤੇ ਕਈ ਬਹਾਨੇ ਲੱਭਦੇ ਆ, ਵੀ ਕੋਈ ਬਹਾਨਾ ਬਣੇ ਤੇ ਮੈਂ ਸਕੂਲੋਂ ਛੁੱਟੀ ਮਾਰਾਂ। ਬੱਚੇ ਵੀ ਤਰ੍ਹਾਂ ਤਰ੍ਹਾਂ ਦੇ ਆ ਨਾ, ਜਿਵੇਂ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਬੰਦਾ ਵਾਕ ਕਰਦਾ ਰੋਜ਼ ਸਵੇਰੇ ਉੱਠ ਕੇ, ਉਹ ਕਮਿਟਮੈਂਟ ਕਰਦਾ, ਜਿੱਦਣ ਬਾਰਿਸ਼ ਹੁੰਦੀ ਉਦੋਂ ਵੀ ਛਾਤਾ ਲੈ ਕੇ ਤੁਰ ਪੈਂਦਾ, ਉਦੋਂ ਵੀ ਤੁਰ ਪੈਂਦਾ। ਤੇ ਇੱਕ ਬੰਦਾ ਜਿਹੜਾ ਜਾਣਾ ਨਹੀਂ ਚਾਹੁੰਦਾ, ਉਹ ਤੇ ਬਹਾਨੇ ਲੱਭਦਾ ਫਿਰਦਾ। ਸਵੇਰੇ ਉੱਠ ਕੇ ਪੁੱਛਦਾ ਘਰਦਿਆਂ ਨੂੰ, ਬਾਹਰ ਬੱਦਲਵਾਈ ਤਾਂ ਨਹੀਂ ਹੋਈ, ਵੀ ਬਾਹਰ ਕਿਤੇ ਮੀਂਹ ਤਾਂ ਨਹੀਂ ਆ ਰਿਹਾ? ਵੀ ਘਰ ਦੇ ਕਹਿ ਦੇਣ ਵੀ ਮਾੜੀ ਮਾੜੀ ਕੜੀ ਡਿੱਗ ਰਹੀ ਹੈ, ਬਹਾਨਾ ਬਣ ਜਾ। ਮੈਂ ਤਾਂ ਜਾਣ ਨੂੰ ਤਿਆਰ ਸੀ, ਬਾਹਰ ਦਾ ਮੌਸਮ ਖਰਾਬ ਸੀ। ਦੁਨੀਆ ਅੰਦਰ ਹਰ ਕਿਸਮ ਦਾ ਬੰਦਾ ਹੈ। ਬਾਣੀ ਪੜ੍ਹਨ ਵੇਲੇ, ਪਾਠ ਕਰਨ ਵੇਲੇ, ਹਰ ਕੰਮ 'ਚ ਬਹਾਨੇਬਾਜ਼ੀਆਂ ਨੇ, ਹਰ ਕੰਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਦੇ ਨੇ। ਹੁਣ ਬੱਚੇ ਦੀ ਕੀ ਸੋਚ ਹੈ? ਬੱਚਾ ਤਨ ਤਾਂ ਸਕੂਲੇ ਲੈ ਗਿਆ, ਮਨ ਨਾਲ ਲੈ ਕੇ ਨਹੀਂ ਗਿਆ। ਹੁਣ ਤੁਸੀਂ ਆਪਣੇ ਤਨ ਨੂੰ ਗੁਰਦੁਆਰੇ ਲੈ ਆਏ ਜੇ ਮਨ ਗੁਰਦੁਆਰੇ ਨਾਲ ਆ ਜਾਏ, ਤੇ ਜੋ ਇੱਥੇ ਪੜ੍ਹਿਆ ਜਾਏਗਾ, ਜੋ ਇੱਥੇ ਸੁਣਿਆ ਜਾਏਗਾ, ਜੋ ਇੱਥੇ ਵਿਚਾਰਿਆ ਜਾਏਗਾ, ਤੁਸੀਂ ਆਪਣੇ ਘਰ ਤੱਕ ਵੀ ਨਾਲ ਲੈ ਕੇ ਜਾਓਗੇ। ਜੇ ਮਨ ਸੁਣੇਗਾ ਤੇ ਫਿਰ ਹੀ ਜ਼ਿੰਦਗੀ ਵਿੱਚ ਕਮਾਇਆ ਜਾਏਗਾ। ਸਤਿਗੁਰ ਮਿਲਿਆ ਕਿਹਨੂੰ? ਮਨ ਨੂੰ। ਜਦੋਂ ਮੇਰਾ ਮਨ ਸਤਿਗੁਰ ਨੂੰ ਮਿਲੇਗਾ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਸਤਿਗੁਰੂ ਨੂੰ ਜਦੋਂ ਮੇਰਾ ਮਨ ਮਿਲੂ, ਮੇਰਾ ਮਨ ਸਦਾ ਹੀ ਵਿਕਾਰਾਂ ਤੋਂ ਮੁਕਤ ਹੋ ਜਾਏਗਾ।
ਤੇ ਅੱਗੇ ਪਤਾ ਕਹਿੰਦੇ ਨੇ ਉੱਤਮ ਇਹ ਵਿਚਾਰ ਹੈ, ਇਹ ਸਭ ਤੋਂ ਉੱਤਮ ਵਿਚਾਰ ਆ। ਸਭ ਤੋਂ ਉੱਤਮ ਵਿਚਾਰ ਕੀ ਹੈ? ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਓ ਚਿਤ ਲਾਇਆ। ਜਿਹਨੇ ਵੀ ਸੱਚ ਨਾਲ ਚਿਤ ਲਾ ਲਿਆ ਨਾ, ਇਹ ਦੁਨੀਆ ਦਾ ਸਭ ਤੋਂ ਉੱਤਮ ਵਿਚਾਰ ਹੈ। ਜੇ ਤੁਹਾਡੇ ਪੱਲੇ ਸੱਚ ਹੈ ਤੇ ਜ਼ਿੰਦਗੀ ਵਿੱਚ ਸਭ ਖੁਸ਼ੀ ਖੁਸ਼ੀ, ਸਭ ਚਾਅ ਹੀ ਚਾਅ, ਸਭ ਚੰਗਾ ਹੀ ਚੰਗਾ। ਜੇ ਪੱਲੇ ਸੱਚ ਹੈ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਭਾਵੇਂ ਦੁਨੀਆ ਦੇ ਜਿੰਨੇ ਮਰਜ਼ੀ ਪਦਾਰਥ ਹੋਣ, ਘਰ ਵੀ ਚੰਗਾ ਹੋਵੇ, ਕੱਪੜੇ ਵੀ ਵਧੀਆ ਹੋਣ, ਗੱਡੀਆਂ ਮੋਟਰਾਂ ਵੀ ਘਰ ਖਲੋਤੀਆਂ ਹੋਣ, ਪਰ ਬੰਦਾ ਅੰਦਰੋਂ ਬੇਚੈਨ ਅਪਸੈਟ ਰਹਿੰਦਾ ਹੈ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ, ਸਾਰੇ ਇੱਕ ਵਾਰ ਪੜੋ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਉੱਤਮ ਵਿਚਾਰ ਹੈ ਦੁਨੀਆ ਦਾ ਸਭ ਤੋਂ ਇਹ ਕਿ ਜਿਹਨੇ ਸੱਚੇ ਨਾਲ ਚਿਤ ਲਾ ਲਿਆ। ਆਓ ਅਸੀਂ ਵੀ ਸੱਚ ਨਾਲ ਆਪਣਾ ਚਿਤ ਲਾਈਏ, ਸੱਚੇ ਨਾਲ ਚਿਤ ਲੱਗੇਗਾ, ਫਿਰ ਕੀ ਹੋਏਗਾ? ਜਗ ਜੀਵਨ ਦਾਤਾ ਪਾਇਆ। ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਦਾਤਾ ਹੈ, ਜਿਹੜਾ ਸਾਨੂੰ ਜ਼ਿੰਦਗੀ ਦਿੰਦਾ ਹੈ, ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਆਕਸੀਜਨ ਚਾਹੀਦੀ ਹੈ, ਹਵਾ ਚਾਹੀਦੀ ਹੈ ਫਰੈਸ਼ ਤਾਜ਼ੀ, ਇੱਦਾਂ ਹੀ ਮਨ ਨੂੰ ਜਿਉਂਦਾ ਰੱਖਣ ਲਈ ਗੁਰੂ ਕੋਲੋਂ ਗੁਣਾਂ ਦੀ ਆਕਸੀਜਨ ਮਿਲਦੀ ਹੈ। ਤਾਂ ਹੀ ਆਖਿਆ ਸੀ ਪਵਨ ਗੁਰੂ ਪਾਣੀ ਪਿਤਾ। ਇਹ ਤਾਂ ਪਵਨ ਗੁਰੂ ਦਾ ਮੀਨਿੰਗ ਕੀ ਹੈ? ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਫਰੈਸ਼ ਹਵਾ ਚਾਹੀਦੀ ਹੈ, ਮਾੜੀ ਜੀ ਹਵਾ ਨਾ ਮਿਲੇ, ਸਾਹ ਘੁੱਟਣ ਮਹਿਸੂਸ ਹੋਵੇ, ਆਕਸੀਜਨ ਦਾ ਆਪਣਾ ਲੈਵਲ ਜਦੋਂ ਘਟਦਾ ਹੈ, ਆਪ ਘਟਨਾਵਾਂ ਵਾਪਰੀਆਂ ਨੇ, ਕਿੰਨੀਆਂ ਜਾਨਾਂ ਗਈਆਂ, ਤੇ ਸਾਹ ਲੈਣ 'ਚ ਮੁਸ਼ਕਿਲ ਆਉਂਦੀ ਹੈ। ਇੱਦਾਂ ਜਦੋਂ ਮਨ ਨੂੰ ਗੁਰੂ ਗਿਆਨ ਦੁਆਰਾ ਜਿਹੜੀ ਫਰੈਸ਼ ਹਵਾ ਤਾਜ਼ੀ ਗੁਣਾਂ ਦੀ ਆਕਸੀਜਨ ਨਹੀਂ ਨਾ ਮਿਲਦੀ, ਉਦੋਂ ਫਿਰ ਮਨ ਵੀ ਉਹਦਾ ਵੀ ਦਮ ਘੁੱਟਦਾ ਹੈ। ਤਾਂ ਹੀ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਣ ਮਿਲਾਇਆ। ਗੁਰੂ ਮੁਰਦੇ ਵਿੱਚ ਵੀ ਜਾਨ ਪਾ ਦਿੰਦਾ ਹੈ। ਕਿੱਦਾਂ? ਜਿੱਦਾਂ ਮਨ ਵਿਸ਼ਿਆਂ ਵਕਾਰਾਂ ਵਿੱਚ ਪੈ ਕੇ ਚੰਗਿਆਈ ਵੱਲੋਂ ਮਰ ਗਿਆ ਤੇ ਬੁਰਾਈ ਵਾਲੇ ਬੰਨੇ ਚਲਾ ਗਿਆ, ਗੁਰੂ ਨੇ ਆਪਣੀ ਸਿੱਖਿਆ ਦੁਆਰਾ ਉਹਦੇ ਵਿੱਚ ਵੀ ਜਾਨ ਪਾ ਦਿੱਤੀ। ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਣ ਮਿਲਾਇਆ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਜਿਹੜੇ ਅੰਦਰ ਪਸ਼ੂ ਪ੍ਰੇਤ ਮੁਗਧ, ਉਹਨਾਂ ਨੂੰ ਸਰੋਤੇ ਬਣਾਤਾ ਤੇ ਹਰ ਨਾਮਾ ਮੁਖ ਗਾਇਆ। ਉਹੀ ਹੁਣ ਪੈਰ ਚੋਲਣਾ ਗਧਾ ਨੱਚੈ, ਭੈਂਸਾ ਭਗਤ ਕਰਾਵੈ। ਉਹੀ ਹੁਣ ਜਿਹੜਾ ਅੰਦਰ ਭੈਂਸ ਬਿਰਤੀ ਬੈਠੀ ਸੀ, ਜਿਹੜੀ ਗਧਾ ਬਿਰਤੀ ਬੈਠੀ ਸੀ, ਕਾਂ ਬਿਰਤੀ ਬੈਠੀ ਸੀ, ਉਹ ਹੁਣ ਸਾਰੇ ਇਬਾਦਤ ਕਰਨ ਲੱਗ ਪਏ, ਬੰਦਗੀ ਕਰਨ ਲੱਗ ਪਏ, ਸਿਮਰਨ ਕਰਨ ਲੱਗ ਪਏ। ਆਓ ਗੁਰੂ ਬਖਸ਼ਿਸ਼ ਕਰੇ ਅਸੀਂ ਗੁਰੂ ਦੀ ਸੱਚੀ ਸੁੱਚੀ ਵਿਚਾਰ ਨੂੰ ਜ਼ਿੰਦਗੀ ਵਿੱਚ ਅਪਣਾਈਏ। ਪਦਾਰਥਾਂ ਦਾ ਵੱਧ ਘਟ ਜਾਣਾ ਇਹ ਸਾਡੀ ਜ਼ਿੰਦਗੀ ਦੇ ਅਸਰ ਨਾ ਪਾਵੇ। ਅਸੀਂ ਅਡੋਲ ਚੜ੍ਹਦੀ ਕਲਾ 'ਚ, ਜੇ ਅੱਜ ਵਧੀਆ ਥਾਲੀਆਂ 'ਚ ਪਲੇਟਾਂ 'ਚ ਰੋਟੀ ਖਾਂਦੇ ਹਾਂ, ਚੰਗੇ ਕੱਪੜੇ ਪਾਉਣ ਨੂੰ ਆ, ਜੇ ਮੈਂ ਅੱਜ ਵਧੀਆ ਹਾਂ ਤੇ ਜੇ ਕੱਲ੍ਹ ਨੂੰ ਮੇਰੇ ਕੋਲ ਕੋਈ ਚੀਜ਼ ਘਟਦੀ ਵੀ ਹੈ ਤਾਂ ਵੀ ਕਹਾਂ ਕੋਈ ਗੱਲ ਨਹੀਂ, ਮੈਂ ਆਪਣੇ ਆਪ ਦੀ ਤਿਆਰੀ ਕੀਤੀ ਹੈ, ਕਿਉਂਕਿ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜਿਹੜੇ ਲੋਕ ਬਿਪਤਾ ਪੈਣ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਰੱਖਦੇ ਆ, ਜਦੋਂ ਬਿਪਤਾ ਪੈਂਦੀ ਉਹ ਡੋਲਦੇ ਨਹੀਂ। ਤੇ ਜਿਨ੍ਹਾਂ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਵੀ ਇੱਦਾਂ ਵੀ ਹੋ ਸਕਦਾ, ਤੁਸੀਂ ਇਮਾਨਦਾਰ ਨਾਲ ਦੱਸੋ, ਜਦੋਂ ਕੰਪਨੀ ਗੱਡੀ ਨਾਲ ਤਿਆਰ ਕਰਦੀ ਹੈ, ਜਦੋਂ ਗੱਡੀ ਫਰੈਸ਼ ਨਵੀਂ ਗੱਡੀ ਕੰਪਨੀ ਤਿਆਰ ਕਰਦੀ ਹੈ, 4 ਟਾਇਰ ਹੈ ਗੱਡੀ ਦੇ, ਕਾਰ ਦੇ, ਇੱਕ ਨਾਲ ਸਟੱਪਣੀ ਕਿਉਂ ਦਿੰਦੇ ਨੇ ਭਲਾ? ਬੋਲੋ ਸਾਧ ਸੰਗਤ ਜੀ, ਵੀ ਇਹ ਪ੍ਰੋਬਲਮ ਆ ਸਕਦੀ ਹੈ। ਤੇ ਜੇ ਆਪਾਂ ਪਹਿਲਾਂ ਹੀ ਹੁਣ ਪਲੇਨ ਉੱਡਣ ਲੱਗਾ, ਜਦੋਂ ਆਪਾਂ ਪਲੇਨ 'ਚ ਬਹਿੰਦੇ ਹਾਂ, ਪਹਿਲੀ ਵਾਰੀ ਕੋਈ ਬੰਦਾ ਪਲੇਨ 'ਚ ਬੈਠਾ ਹੋਵੇ ਤੇ ਪਲੇਨ ਉਡਾਉਣ ਤੋਂ ਪਹਿਲਾਂ ਉਹ ਹਦਾਇਤਾਂ ਦਿੰਦੇ ਆ ਨਾ, ਇਹ ਹੋਸਟਸ ਬੋਲਦੀ ਆ ਨਾ, ਕੀ ਭਲਾ ਵੀ ਜੇ ਆਕਸੀਜਨ ਦਾ ਲੈਵਲ ਘਟਣ ਲੱਗੇ ਇੱਦਾਂ ਮਾਸਕ ਲਾ ਲਿਓ, ਇੱਦਾਂ ਆਹ ਕਰ ਲਿਓ, ਜੇ ਜਹਾਜ਼ ਡਿੱਗਣ ਲੱਗੇ ਤੇ ਇੱਥੋਂ ਐ ਨੂੰ ਜਾਣਾ, ਇੱਥੋਂ ਇੱਦਾਂ ਜਾਣਾ। ਤੇ ਜੇ ਬੰਦਾ ਪਹਿਲੀ ਵਾਰੀ ਜਿਹੜਾ ਜਹਾਜ਼ ਚੜ੍ਹਨ ਲੱਗਾ ਉਹ ਕਵੇ ਕਿੱਡੇ ਕਲਹਿਣੇ ਆ ਵੀ ਜਹਾਜ਼ ਉੱਡਿਆ ਨਹੀਂ ਤੇ ਡਿੱਗਣ ਦੀਆਂ ਗੱਲਾਂ। ਬੋਲੋ ਜੀ, ਪਲੇਨ ਭਾਵੇਂ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੋਵੇ, ਭਾਵੇਂ 45-40 ਮਿੰਟ ਦੀ ਫਲਾਈਟ ਆ, ਪਰ ਉਹ ਆਪਣਾ ਫਰਜ਼ ਨਿਭਾਉਂਦੇ ਆ। ਤੁਸੀਂ ਸੁਣੋ, ਭਾਵੇਂ ਆਪਾਂ ਨਾ ਸੁਣੀਏ, ਉਹ ਕਹਿੰਦੇ ਸਾਡਾ ਫਰਜ਼ ਹੈ ਦੱਸਣਾ ਤੁਹਾਨੂੰ, ਭਾਵੇਂ ਫਲਾਈਟ ਭਾਵੇਂ 10-15-20 ਅੱਧੇ ਘੰਟੇ ਦੀ ਕਿਉਂ ਨਾ ਹੋਵੇ, ਭਾਵੇਂ ਚੰਡੀਗੜ੍ਹ ਤੋਂ ਦਿੱਲੀ ਦਾ ਕਿੰਨਾ ਕੁ ਟਾਈਮ ਲੱਗਣਾ, ਪਰ ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ। ਆਪਾਂ ਕੀ ਹੈ ਇਹ ਡਿੱਗ ਸਕਦਾ? ਕਹਿੰਦੇ ਨਹੀਂ, ਇਹ ਤਾਂ ਦੱਸ ਰਹੇ ਆ ਜੇ ਬਿਪਤਾ ਪੈ ਜਾਏ, ਤੁਹਾਨੂੰ ਉਸ ਵੇਲੇ ਥੋੜ੍ਹਾ ਕਿਸੇ ਨੂੰ ਦੱਸਣਾ। ਬਿਪਤਾ ਪੈਣ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਰੱਖੋ, ਜਦੋਂ ਬਿਪਤਾ ਪੈ ਗਈ ਫਿਰ ਡੋਲੋਗੇ ਤੇ ਘਬਰਾਓਗੇ ਨਹੀਂ। ਇਹ ਤਾਂ ਸੰਸਾਰ ਦੇ ਨਿੱਕੇ ਨਿੱਕੇ ਕੰਮਾਂ ਤੋਂ ਆਪਾਂ ਸਿੱਖ ਲੈਂਦੇ ਹਾਂ, ਪਰ ਜਿਹੜੇ ਬੰਦੇ ਨੇ ਕਦੀ ਇਹ ਚੀਜ਼ ਸੋਚੀ ਵੀ ਨਹੀਂ ਨਾ ਹੁੰਦੀ, ਜਦੋਂ ਸਿਰ 'ਤੇ ਫਿਰ ਪਹਾੜ ਡਿੱਗਦਾ ਨਾ, ਉਹ ਫਿਰ ਘਬਰਾ ਜਾਂਦੇ ਆ, ਡੋਲ ਜਾਂਦੇ ਆ।
ਜਿਹੜੇ ਬੰਦਿਆਂ ਨੇ ਕਦੀ ਇਹ ਪੱਖ ਸੋਚਿਆ ਵੀ ਨਹੀਂ, ਪੁੱਤਰ ਦੀ ਡੈਥ ਹੋਣ ਤੋਂ ਬਾਅਦ ਸਾਲ ਬਾਅਦ ਬਾਪ ਚੜ੍ਹਾਈ ਕਰ ਗਿਆ। ਕਿਉਂ? ਕਿਉਂਕਿ ਉਹਨੇ ਇਹ ਚੀਜ਼ ਤੇ ਕਦੀ ਸੋਚੀ ਵੀ ਨਹੀਂ ਸੀ। ਉਹ ਤੇ ਇਹ ਸੋਚ ਕੇ ਬੈਠਾ ਸੀ ਪੁੱਤਰ ਹੈ, ਕਾਰੋਬਾਰ ਹੈ, ਇਹਨੇ ਆਹ ਕਰ ਦੇਣਾ। ਇਹ ਵੀ ਸੋਚੇ, ਪਤਾ ਨਹੀਂ ਆਪਾਂ ਨੂੰ, ਕਿਸੇ ਨੂੰ ਪਤਾ ਵੀ ਆਪਾਂ ਬਦਾਮ ਪੇ ਕੇ ਬੱਚਿਆਂ ਦੇ ਮੂੰਹ 'ਚ ਪਾਉਂਦੇ ਕਿ ਇਹਨੇ ਕਦੋਂ ਕਿੰਨੇ ਵਜੇ ਜਾਣਾ, ਕੀ ਹੋਣਾ, ਆਪਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ। ਪਰ ਬਾਣੀ ਇਹ ਸਾਨੂੰ ਸਿਖਾਉਂਦੀ ਹੈ। ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਹੋਏਗਾ? ਪਰ ਪਾਤਸ਼ਾਹ ਜੀ ਜਦੋਂ ਬਾਬਾ ਅਜੀਤ ਸਿੰਘ ਨੂੰ ਪਾਲਦੇ ਹੋਣਗੇ, ਜਵਾਨ ਕਰਦੇ ਹੋਣਗੇ, ਪਰ ਇੱਕ ਗੱਲ ਤੇ ਦਿਮਾਗ 'ਚ ਵੀ ਹੁੰਦੀ ਹੋਏਗੀ, ਕੀ ਪਤਾ ਕਿਹੜੇ ਵੇਲੇ ਕਿਹੜੇ ਸਮੇਂ ਕੀ ਵਾਪਰ ਜਾਣਾ ਹੈ। ਕਿੱਡੀ ਤਿਆਰੀ ਹੋਏਗੀ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਸਾਹਿਬਜ਼ਾਦਿਆਂ ਵਿੱਚੋਂ ਇੱਕ ਦੇ ਵੀ ਸਰੀਰ ਉੱਤੇ ਖੱਫਣ ਪਾਉਣ ਦਾ ਵਕਤ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ। ਸਰੀਰ ਨੂੰ ਅਗਨ ਭੇਟ ਕਰਨ ਦਾ ਮੌਕਾ, ਤੁਸੀਂ ਮੰਨੋਗੇ? ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਜਿਨ੍ਹਾਂ ਹਾਲਾਤਾਂ 'ਚ ਹੋਇਆ, ਆਮ ਬੰਦਾ ਤਾਂ ਸੁਣ ਵੀ ਨਹੀਂ ਸਕਦਾ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਸੀ, ਆਪਣੇ ਹੱਥੀਂ। ਉਹ ਵੀ ਮੁਕੰਮਲ ਨਹੀਂ ਸੀ ਹੋ ਪਾਇਆ। ਕਦੀ ਸੁਣੋਗੇ ਫੇਰ ਪਤਾ ਲੱਗੇਗਾ। ਆਪਾਂ ਤਾਂ ਸਭ ਕੁਝ ਚੰਗਾ ਖਾ ਪੀ ਕੇ ਵੀ ਕਈ ਵਾਰੀ ਕਹਿੰਦੇ ਮੈਨੂੰ ਰੱਬ ਨੇ ਦਿੱਤਾ ਕੀ ਹੈ। ਪਰ ਕਮਾਲ ਦੀ ਗੱਲ, ਇਹਨਾਂ ਘਟਨਾਵਾਂ 'ਚੋਂ ਵੀ ਅੱਜ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ, ਕੌਣ ਮੁਕਾਬਲਾ ਕਰੇਗਾ ਜੀ। ਐਵੇਂ ਨਹੀਂ ਸੀ ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਕਰਤਾਰ ਕੀ ਸੌਗੰਧ नानक की कसम है, जितनी भी हो गोविंद की तारीफ वो कम है। कहता मैं एक आंख से क्या बुलबुला कुल बहर को देखे, कहता साहिल को मंझधार को ਜਾਂ लहर को देखे, कहता मैं कल्ला वां समुंदर ਦੀਆਂ ਤਰੰਗਾਂ ਵੇਖਾਂ, ਲਹਿਰਾਂ ਵੇਖਾਂ ਕਿ ਬਾਹਰ ਦਾ ਹਵਾ ਵੇਖਾਂ। ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕਿੱਡਾ ਬੇਮਿਸਾਲ ਸੀ, ਜਿਹਦੀ ਮਿਸਾਲ ਦੁਨੀਆ ਤੇ ਨਹੀਂ ਮਿਲਦੀ। ਪਰ ਅੱਜ ਅਸੀਂ ਸਭ ਕੁਝ ਖਾਂਦਿਆਂ ਪੀਂਦਿਆਂ ਵੀ ਕਈ ਵਾਰੀ ਮਾੜੀ ਜਿਹੀ ਦੁਕਾਨ ਨਾ ਚੱਲੇ, ਪੁੱਤ ਨੂੰ ਨੌਕਰੀ ਨਾ ਮਿਲੇ, ਕੋਈ ਮਾੜੀ ਜਿਹੀ ਮੁਸ਼ਕਿਲ ਆ ਜਾਏ, ਕੀ ਕਹਿੰਦੇ ਆ, ਹਾਏ ਪਤਾ ਨਹੀਂ ਦੁੱਖ ਨੇ ਰੱਬ ਨੇ ਸਾਡੀ ਕਿਸਮਤ 'ਚ ਹੀ ਲਿਖੇ ਨੇ। ਇੱਦਾਂ ਦੀਆਂ ਗੱਲਾਂ ਕਹਿ ਕੇ ਅਸੀਂ ਨਰਵਸ ਹੋ ਜਾਂਦੇ। ਨਹੀਂ, ਚੜ੍ਹਦੀ ਕਲਾ 'ਚ ਰਹਿਣਾ ਹੈ। ਮੁਸੀਬਤ ਵੱਡੀ ਨਹੀਂ, ਆਪਣੇ ਆਪ ਨੂੰ ਇੰਨਾ ਵੱਡਾ ਕਰ ਲਓ ਕਿ ਮੁਸੀਬਤ ਹਾਰ ਜਾਏ ਤੁਹਾਡੇ ਤੋਂ ਕਿ ਮੈਂ ਇਹਦੇ ਸਾਹਮਣੇ ਛੋਟੀ ਪੈ ਗਈ। ਹਜ਼ਾਰਾਂ ਮੁਸੀਬਤਾਂ ਆਈਆਂ, ਪਰ ਪਾਤਸ਼ਾਹ ਜੀ ਦਾ ਅੜੋਲ ਜਿਗਰਾ ਤੇ ਤਿਆਰੀ ਮੁਸੀਬਤਾਂ ਨੂੰ ਛੋਟੀਆਂ ਕਰ ਗਈ। आओ गुरु बख्शिश करे। जग जीवन दाता पाया। सारे एक बार पढ़ो फिर समाप्ति है जी। जग जीवन दाता पाया, जग जीवन दाता पाया, जग जीवन दाता पाया, जग जग जीवन दाता पाया, जग जीवन दाता पाया, जग जीवन दाता पाया, जग जीवन दाता पाया, उत्तम ए विचार है, उत्तम ए विचार है, जिन सच्चे स्यों चित लाया, जिन सच्चे स्यों चित लाया, जिन सच्चे जग जीवन दाता पाया, जग जीवन दाता पाया, कोटान कोट शुकराना है मालिक दा जिन्हां ने सानू उद्यम चाओ प्रेरणा बख्शिश की। गुरु ग्रंथ साहिब जी की पावन गोद विच बैठ के आपां दूसरे दीवान की हाज़री भरी है। आओ आपो अपने घरां सहज पाठ करिए, गुरबाणी खुद पढ़िए, समझ के गुरबाणी की विचार नूं अपनी जिंदगी का आधार बनाइए। भुल्लां मेरियां बचन गुरु दे जान के हिरदे च वसाउणे। शाम का दीवान फिर टाइम तुहानूं दस ही दिता सी कि जिवें शाम नूं 8 ਤੋਂ 10 का दीवान है। कोशिश करिया करो भी आप टाइम ना पहुँच सकीए ताकि आप टाइम नाल ही कीर्तन विचारां जिहड़ियां वो आरंभ कर सकीए। अदब सत्कार नाल फतेह बुलाओ, गज के आखो जी वाहिगुरू जी का खालसा वाहिगुरू जी की फतेह। राम